ਪੰਜਾਬ ਮਿਲ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੇਜਪਾਲ ਸਿੰਘ ਮਨਹਾਸ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਜੰਕਸ਼ਨ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਕੋਲ ਪਹੁੰਚ ਚੁੱਕੇ ਆ। ਉਹਨਾਂ ਨੂੰ ਜੀ ਆਇਆਂ ਕਹੀਏ ਤੇ ਪ੍ਰੋਗਰਾਮ ਸ਼ੁਰੂ ਕਰੀਏ। ਸੱਤੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇਜਪਾਲ ਸਿੰਘ ਜੀ। ਸੱਤੀ ਸਾਹਿਬ, ਡਾਕਟਰ ਨਸੀਮ ਨਿਖਤ ਦਾ ਇੱਕ ਸ਼ੇਅਰ ਹੈ, ਉਹ ਕਹਿੰਦੇ ਹੈ ਕਿ ਹਮਾਰੇ ਚेहरे के दागों पे तंज करते हो जी, हमारे चेहरे के दागों पे तंज करते हो, हमारे पास भी है आईना दिखलाएं क्या जी। ਇਹ ਜਿਹੜਾ ਰੋਜ਼ ਦਾ ਇੱਕ ਤਮਾਸ਼ਾ ਇਹਨਾਂ ਨੇ ਸ਼ੁਰੂ ਕੀਤਾ ਸੀ, ਇਹਨਾਂ ਕਾਨੂੰਨਾਂ 'ਚ ਕਾਲਾ ਕੀ ਹੈ ਨਾ। ਉਲਟਾ ਕਿਸਾਨਾਂ 'ਤੇ ਇਲਜ਼ਾਮ ਲਾਉਣ ਲੱਗ ਪਏ ਵੀ ਇਹ ਜਾਣ ਬੁੱਝ ਕੇ ਆਪਣੀ ਸਿਆਸਤ ਚਮਕਾਉਣ ਦੇ ਮਾਰੇ ਆ, ਇਹ ਤਾਂ ਕੱਲ੍ਹ ਨੂੰ ਜੀ ਸਿਆਸੀ ਪਾਰਟੀ ਖੜੀ ਕਰਨਗੇ, ਇਹ ਉਹ ਬਹੁਤ ਕੁਛ ਹੋਇਆ। ਤੁਹਾਨੂੰ ਸਾਰਾ ਕੁਛ ਪਤਾ, ਸਾਡੇ ਦਰਸ਼ਕਾਂ ਨੂੰ ਵੀ ਸਾਰਾ ਕੁਛ ਪਤਾ ਜੋ ਕੁਛ ਹੋਇਆ। ਹਾਰ ਕੇ ਕਿਸਾਨਾਂ ਨੇ ਕਿਹਾ ਵੀ ਭਾਈ ਹੁਣ ਅਸੀਂ ਤੁਹਾਨੂੰ ਸ਼ੀਸ਼ਾ ਹੀ ਦਿਖਾਵਾਂਗੇ। ਉਹਨੇ ਜੀ ਇੱਕ ਕਿਤਾਬ ਲਿਖ ਦਿੱਤੀ ਆ, ਬਿਲਕੁਲ। ਇਹਨਾਂ ਕਾਨੂੰਨਾਂ ਵਿੱਚ ਕਾਲਾ ਕੀ ਜੀ। ਤੇਜਪਾਲ ਜੀ, ਜਿਹੜੀ ਕਿਤਾਬ ਹੈ ਨਾ, ਉਹ ਕੱਲ੍ਹ ਹੀ ਰਿਲੀਜ਼ ਹੋਈ ਹੈ ਜੀ। ਉਹ ਖੇਤੀ ਕਾਨੂੰਨਾਂ, ਬਲਕਿ ਕਾਲੇ ਕਾਨੂੰਨਾਂ ਦੀ ਪਰਤ ਦਰ ਪਰਤ ਖੋਲ੍ਹਦੀ ਹੈ। ਮੱਧ ਤੋਂ ਮੱਧ ਤੱਕ ਉਹਦੀ ਵਿਆਖਿਆ ਆ, ਕਿੱਥੇ ਕੀ ਜਿਹੜਾ ਆ ਕਿਵੇਂ ਨੁਕਸਾਨਦੇਹ ਆ ਮਿਹਨਤਕਸ਼ਾਂ ਲਈ। ਬਿਲਕੁਲ ਉਹਦੀ ਗੱਲ ਉਸ ਕਿਤਾਬ 'ਚ ਕੀਤੀ ਗਈ ਆ ਜੀ, ਔਰ ਉਹ ਸਾਰੇ ਬੰਨੀ ਭੇਜੀ ਜਾ ਰਹੀ ਆ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਵੀ ਕਹਿੰਦੇ ਆ ਨਾਲ ਅਸੀਂ ਖਤ ਵੀ ਲਿਖ ਰਹੇ ਹਾਂ ਤੇ ਕਿਤਾਬ ਵੀ ਭੇਜ ਰਹੇ ਹਾਂ। ਖੇਤੀ ਮੰਤਰੀ ਜੀ ਨੂੰ ਵੀ ਜ਼ਰੂਰ ਭੇਜਣਗੇ। ਖੇਤੀ ਮੰਤਰੀ ਨਰਿੰਦਰ ਤੋਮਰ ਹੋਰਾਂ ਨੂੰ ਤਾਂ ਸ਼ਾਇਦ ਪ੍ਰਧਾਨ ਮੰਤਰੀ ਤੋਂ ਵੀ ਪਹਿਲਾਂ ਭੇਜੀ ਜਾਵੇ। ਹਾਂ, ਨਹੀਂ, ਇੱਕ ਪਿਊਸ਼ ਗੋਇਲ ਸਾਹਿਬ ਨੂੰ ਜ਼ਰੂਰ ਭੇਜਣੀ ਚਾਹੀਦੀ, ਉਹ ਬਹੁਤ ਇੰਟਰਸਟਿਡ ਨੇ ਖੇਤੀ ਕਾਨੂੰਨਾਂ 'ਚ ਜੀ। ਦੂਸਰਾ ਇਹ ਵੀ ਦੇਖੋ ਕਿੰਨੇ ਗੇੜਾਂ ਦੀ ਗੱਲਬਾਤ ਚੱਲੀ ਔਰ ਜਨਵਰੀ ਤੋਂ ਬਾਅਦ ਸਰਕਾਰ ਜਿਹੜੀ ਆ ਉਹ ਇੱਕ ਤਰ੍ਹਾਂ ਦਾ ਢੀਠਤਾਈ ਦਾ ਮੁਜ਼ਾਹਰਾ ਕੀਤਾ। ਡੈਡਲੌਕ ਬਣ ਗਿਆ, ਕੋਈ ਮੁੜ ਕੇ ਸੱਦਾ ਨਹੀਂ। ਸਰਕਾਰ ਦੀ ਇਹ ਨੀਤੀ ਰਹੀ ਆ ਵੀ ਆਮ ਤੌਰ ਤੇ ਜਿਹੜੇ ਅੰਦੋਲਨ ਆ ਉਹਨਾਂ ਨੂੰ ਲੰਮਾ ਚੱਲਣ ਦਿਓ, ਬਿਲਕੁਲ, ਵੀ ਥੱਕ ਹਾਰ ਕੇ ਲੋਕ ਆਪੇ ਹੀ ਘਰ ਪੈ ਜਾਣਗੇ। ਜੀ ਜੀ। ਪਰ ਸਾਡੀ ਕੇਂਦਰ ਦੀ ਹਕੂਮਤ ਨੂੰ, ਸਰਕਾਰ ਨੂੰ ਇਹ ਸਮਝਣਾ ਚਾਹੀਦਾ ਤੇਜਪਾਲ ਜੀ ਵੀ ਜਿਹੜੇ ਮਿਹਨਤਕਸ਼ ਹੁੰਦੇ ਆ ਨਾ, ਬਿਲਕੁਲ, ਉਹਨਾਂ ਦੇ ਹੱਠ ਨੂੰ, ਉਹਨਾਂ ਦੇ ਸਿਰੜ ਨੂੰ, ਉਹਨਾਂ ਦੇ ਜਜ਼ਬੇ ਨੂੰ, ਠੀਕ ਹੈ, ਉਹ ਸਰਕਾਰ ਨੂੰ ਜਾਣ ਲੈਣਾ ਚਾਹੀਦਾ ਵੀ ਜੇ 26 ਨਵੰਬਰ ਤੋਂ ਅੱਜ ਤੱਕ ਟਿਕੇ ਹੋਏ ਆ ਨਾ, 6-6 ਮਹੀਨੇ ਦਾ ਰਾਸ਼ਨ ਤਾਂ ਪਹਿਲਾਂ ਲੈ ਕੇ ਗਏ ਹੋਏ ਆ, ਹੋਰ ਲੋੜ ਪਈ ਤਾਂ ਹੋਰ ਲਿਆਉਣਗੇ। ਇਹਦੇ ਨਾਲ ਹੀ ਜਿਹੜਾ 3 ਮੈਂਬਰੀ ਕਮੇਟੀ ਬਣਾਈ ਸੀ ਨਾ ਇਹਨਾਂ ਨੇ ਖੇਤੀ ਕਾਨੂੰਨਾਂ ਸੰਬੰਧੀ, ਉਹਦੇ ਵਿੱਚ ਅੱਜ ਤੱਕ ਕੋਈ ਕਿਸਾਨ ਆਗੂ, ਕੋਈ ਕਿਸਾਨ ਜਾਂ ਉਹਨਾਂ ਦਾ ਪ੍ਰਤੀਨਿਧ ਪੇਸ਼ ਨਹੀਂ ਹੋਇਆ, ਪੰਜਾਬ ਤੇ ਹਰਿਆਣਾ ਦੇ ਖਾਸ ਕਰਕੇ। ਪਰ ਹੁਣ ਉਹਨਾਂ ਨੇ ਕਹਿੰਦੇ ਰਿਪੋਰਟ ਦੇ ਦਿੱਤੀ। ਹਾਂਜੀ, ਉਹਨਾਂ ਨੇ ਕੱਲ੍ਹ ਰਿਪੋਰਟ ਦਿੱਤੀ ਆ ਔਰ ਉਹ ਰਿਪੋਰਟ ਤੋਂ ਬਾਅਦ ਸੁਪਰੀਮ ਕੋਰਟ ਨੇ, ਕਿਉਂਕਿ ਉਹ ਦੇ ਹੁਕਮਾਂ 'ਤੇ ਬਣੀ ਸੀ, ਤੇ ਉਹ ਜਨਤਕ ਤਦ ਹੀ ਹੋਵੇਗੀ ਜਦ ਸੁਪਰੀਮ ਕੋਰਟ ਤੋਂ ਰਿਲੀਜ਼ ਹੋਏਗੀ। ਬਿਲਕੁਲ। ਸੋ ਦੇਖੋ, ਇਹ ਅੰਦੋਲਨ ਜਿਹੜਾ ਆ, ਜਿਵੇਂ ਪਹਿਲਾਂ ਵੀ ਕਹਿੰਦੇ ਆ, ਦੁਨੀਆ ਭਰ ਦੇ ਲੋਕ ਕਹਿ ਰਹੇ ਆ ਵੀ ਇਹ ਕੋਈ ਕਿਸਾਨਾਂ ਦਾ ਜਾਂ ਉੱਤਰੀ ਭਾਰਤ ਦੇ ਕਿਸਾਨਾਂ ਦਾ ਅੰਦੋਲਨ ਨਹੀਂ ਗਾ, ਇਹ ਜਨ ਅੰਦੋਲਨ ਬਣ ਚੁੱਕਾ। ਬਿਲਕੁਲ। ਔਰ ਮੋਦੀ ਸਰਕਾਰ ਦੇ ਖਿਲਾਫ ਜਿੱਥੇ ਜਿੱਥੇ ਖਾਸ ਕਰਕੇ 5 ਸੂਬੇ, ਪੁਡੂਚੇਰੀ ਹੋ ਗਿਆ, ਆਪਣੇ ਮਹਾਰਾਸ਼ਟਰ ਹੋ ਗਿਆ, ਬੰਗਾਲ ਹੋ ਗਿਆ, ਅਸਾਮ ਹੋ ਗਿਆ, ਉੱਥੇ ਤਾਂ ਹੈ ਹੀ ਹੈ। ਦੂਸਰੇ ਸੂਬਿਆਂ ਦੇ ਵਿੱਚ ਵੀ ਕਿਸਾਨ ਆਗੂ ਜਾ ਕੇ ਮੋਦੀ ਸਰਕਾਰ ਦੇ ਪੋਲ ਜਿਹੜੇ ਆ ਉਹ ਖੋਲ ਰਹੇ ਆ ਜੀ। ਅੱਛਾ, ਇਹਦੇ 'ਚ ਮੀਟਿੰਗਸ ਹੋਈਆਂ ਪਹਿਲਾਂ ਇੰਨੀਆਂ ਜੀ। ਮਤਲਬ ਮੈਂ ਇਹ ਕਿਤਾਬ ਲਿਖਣੀ, ਇੱਕ ਕਿਸਮ ਨਾਲ ਇਹ ਕਿਤਾਬ ਲਿਖਣਾ ਇੱਦਾਂ ਨਹੀਂ ਸਾਬਤ ਹੁੰਦਾ ਜਿੱਦਾਂ ਸਰਕਾਰ ਦੀ ਖਿੱਲੀ ਉੱਡੀ ਹੋਵੇ ਵੀ ਭਾਈ ਜੇ ਤੁਹਾਨੂੰ ਉਹਨਾਂ 11 ਮੀਟਿੰਗਾਂ 'ਚ ਸਮਝ ਨਹੀਂ ਆਇਆ ਵੀ ਇਹਨਾਂ ਕਾਨੂੰਨਾਂ 'ਚ ਕਾਲਾ ਕੀ ਹੈ, ਤੇ ਆਹ ਚੱਕੋ ਫਿਰ ਅਸੀਂ ਹੁਣ ਲੋਕਾਂ ਨੂੰ ਵੀ ਦੱਸਦੇ ਹਾਂ, ਤੁਸੀਂ ਵੀ ਦੇਖੋ। ਸਰਕਾਰ ਤੋਮਰ ਹੋਰੀ ਆਉਂਦੇ ਰਹੇ ਆ, ਪਿਊਸ਼ ਗੋਇਲ ਹੋਰੀ ਆਉਂਦੇ ਰਹੇ ਆ, ਸੋਮ ਪ੍ਰਕਾਸ਼ ਜੀ ਆਉਂਦੇ ਰਹੇ ਆ, ਸੋਮ ਪ੍ਰਕਾਸ਼ ਸਾਬਕਾ IAS ਨੇ, ਠੀਕ ਹੈ, ਡਿਪਟੀ ਕਮਿਸ਼ਨਰ ਰਹੇ ਆ। ਸਰਕਾਰ ਨਾ ਉੱਚ ਕਦੀ ਗ੍ਰਹਿ ਮੰਤਰੀ ਸ਼ਾਮਲ ਹੋਇਆ, ਠੀਕ ਹੈ, ਪ੍ਰਧਾਨ ਮੰਤਰੀ ਨੇ ਕਦੀ ਰੁਚੀ ਨਹੀਂ ਦਿਖਾਈ ਉਹਨਾਂ ਦੀਆਂ, ਮਤਲਬ ਹੁਣ ਤੱਕ ਕੂੜ ਪ੍ਰਚਾਰ ਜ਼ਰੂਰ ਕੀਤਾ ਜਾ ਰਿਹਾ। ਬਿਲਕੁਲ। ਦੂਸਰਾ ਇਹ ਆ ਵੀ ਇੱਕ ਤਰ੍ਹਾਂ ਦਾ ਇਹ ਸ਼ੀਸ਼ਾ ਦਿਖਾਉਣਾ ਸਰਕਾਰ ਨੂੰ, ਵਿਅੰਗ ਆ ਇੱਕ ਤਰ੍ਹਾਂ ਦਾ, ਕਿਤਾਬ ਲਿਖ ਕੇ ਪੇਸ਼ ਕਰਨੀ ਵੀ ਆਹ ਭਾਈ ਚੱਕੋ, ਜਿਹੜੇ ਤੁਸੀਂ ਖੂਬੀਆਂ ਗਣਾਉਂਦੇ ਹੋ, ਆਹ ਅਸੀਂ ਖਾਮੀਆਂ ਗਣਾਈਆਂ, ਇਹਨਾਂ ਨੂੰ ਪੜ੍ਹੋ, ਹੈ ਨਾ। ਅਤੇ ਅਫਸਰਸ਼ਾਹੀ ਦੇ ਸਿਰ 'ਤੇ ਸਰਕਾਰ ਜਿਹੜੀ ਆ, ਉਹ ਜਿਹੜੀਆਂ ਮੀਟਿੰਗਾਂ ਆ ਉਹ ਜਾਇਆ ਹੋ ਗਈਆਂ ਹੈਗੀਆਂ, ਤਾਂ ਉਹਨਾਂ 'ਚੋਂ ਕੁਛ ਕੰਕਰੀਟ ਨਹੀਂ ਨਿਕਲਿਆ। ਸ਼ਾਇਦ ਹੁਣ ਇਹ ਕਿਤਾਬ ਪੜ੍ਹ ਕੇ ਸ਼ਾਇਦ ਅੱਖਾਂ ਕੰਨ ਜਿਹੜੇ ਆ ਉਹਨਾਂ ਦੇ ਖੁੱਲ੍ਹਣ। ਆਪਾਂ ਕਮੇਟੀ ਦੀ ਮਰਜ਼ੀ ਗੱਲ ਕੀਤੀ ਆ,
ਉਹ ਨਹੀਂ ਕਹਿੰਦੇ ਭਈ 23 ਅਲੱਗ-ਅਲੱਗ ਜਥੇਬੰਦੀਆਂ ਨਾਲ ਗੱਲ ਕੀਤੀ ਹੈ, ਤੇ ਜਦੋਂ 23 ਜਥੇਬੰਦੀਆਂ ਦੀ ਗੱਲ ਆਉਂਦੀ ਹੈ ਤੇ ਉਹਦੇ 'ਚ ਪੰਜਾਬ ਤੇ ਹਰਿਆਣੇ ਦੀ ਤਾਂ ਕੋਈ ਵੀ ਉਹ ਜਾਲੀ ਜਥੇਬੰਦੀਆਂ ਜਿਹੜੀਆਂ ਸਰਕਾਰ ਦੀਆਂ ਆਪਣੀਆਂ ਖੜੀਆਂ ਕੀਤੀਆਂ ਹੋਈਆਂ। ਤੁਸੀਂ ਐਂ ਤਾਂ ਪ੍ਰਧਾਨ ਮੰਤਰੀ ਕਹਿੰਦੇ ਸੀਗੇ ਵੀ ਮੇਰੇ ਕੋਲ ਲੋਕ ਆਣ ਕੇ ਇਹਨਾਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਮੀਟਿੰਗਾਂ ਕਰ ਰਹੇ ਆ। ਬਿਲਕੁਲ, ਉਹ ਇਹ ਸਾਰਾ ਸਰਕਾਰ ਦਾ ਨੈਰੇਟਿਵ ਹੁੰਦਾ ਹੈ। ਉਹ ਕਾਗਜ਼ਾਂ ਦੇ ਵਿੱਚ ਹੀ ਜਥੇਬੰਦੀਆਂ ਨੇ, ਕਿਉਂਕਿ ਜਿਹੜੀਆਂ ਜਥੇਬੰਦੀਆਂ ਨੇ ਜਿਹੜੇ ਮਿਹਨਤਕਸ਼ਾਂ ਦੇ ਕਿਸਾਨਾਂ ਦੇ ਹੱਕਾਂ ਲਈ ਜੂਝ ਰਹੀਆਂ, ਉਹ ਤਾਂ ਦਿੱਲੀ ਦੇ ਬਾਰਡਰ ਤੇ ਬੈਠੀਆਂ। ਬਿਲਕੁਲ ਠੀਕ ਆ, ਉਹ ਤਾਂ ਬੰਗਾਲ 'ਚ ਜਾ ਕੇ ਗੱਜ ਰਹੀਆਂ, ਉਹ ਤਾਂ ਅਸਾਮ ਦੇ ਵਿੱਚ ਜਾ ਕੇ ਗੱਜ ਰਹੀਆਂ, ਉਹ ਟਕੈਤ ਹੋ ਰਹੀ ਕਰਨਾਟਕਾ ਕੇਰਲਾ 'ਚ ਜਾ ਕੇ ਗੱਜ ਰਹੇ ਆ। ਬਿਲਕੁਲ ਠੀਕ ਹੈ, ਉਹ ਆਗੂ ਨੇ, ਉਹ ਅਸਲ ਆਗੂ ਆ, ਲੋਕਾਂ ਦੇ ਆਗੂ ਆ। ਸੋ ਜਿਹੜੀਆਂ ਇਹ ਜਥੇਬੰਦੀਆਂ ਦੀ ਤੁਸੀਂ ਗੱਲ ਕਰਦੇ ਹੋ ਵੀ ਸਰਕਾਰ ਕਹਿੰਦੀ ਆ ਵੀ ਉਹਦੇ ਵਿੱਚ ਇੰਨੀਆਂ ਜਥੇਬੰਦੀਆਂ ਸ਼ਾਮਲ ਹੋਈਆਂ, ਉਹ ਹਵਾਈ ਜਥੇਬੰਦੀਆਂ ਨੇ, ਉਹਨਾਂ ਦੀ ਕੋਈ ਹੋਂਦ ਨਹੀਂ। ਤੇ ਨਰੰਗ ਸਾਹਿਬ ਦੀ ਗੱਲ ਥੋੜ੍ਹੀ ਜਿਹੀ ਕਰੀਏ ਉਦਣ ਜੀ। ਹਾਲਾਂਕਿ 307 ਦੇ ਪਰਚੇ ਤੇ ਕੈਪਟਨ ਸਾਹਿਬ ਨੇ ਵੀ ਉਦਾਂ ਹੀ ਕੀਤੇ ਆ, ਕੈਪਟਨ ਸਾਹਿਬ ਦੀ ਪੁਲਿਸ ਨੇ ਵੀ, ਜਿੱਦਾਂ ਖੱਟੜ ਸਾਹਿਬ ਹੁਣੀ ਕਰਦੇ ਆ ਵੀ ਭਾਈ ਜਿਹੜਾ ਉੱਥੋਂ ਦੀ ਲੰਘ ਰਿਹਾ ਸਾਰਿਆਂ ਦੇ 307 ਦੇ ਪਰਚੇ ਕਰਤੇ, ਉਹ ਨਹੀਂ ਵੀ ਥੋਕਦੇ ਭਾਈ ਕੀਤੇ ਸੀਗੇ ਜੀ। ਠੀਕ ਆ, ਤੇ ਉਹ ਹੁਣ ਕਿਸਾਨਾਂ ਨੇ ਜਿਹੜੀ ਆਵਾਜ਼ ਉਠਾਈ ਆ, ਉਹ ਕਹਿੰਦੇ ਵੀ ਭਾਈ ਉਹਦੇ ਕੱਪੜੇ ਪਾੜ ਗਏ, ਉਹਦੇ ਲੱਗਾ ਕੁਛ ਨਹੀਂ, ਕੋਈ ਫੱਟ ਨਹੀਂ, ਕੋਈ ਕੁਛ ਨਹੀਂ, ਤੇ ਉਹ ਤੇ 307 ਦਾ ਪਰਚਾ ਕਾਹਦਾ? ਕਹਿੰਦਾ ਇਹਦਾ ਮਤਲਬ ਹੈ ਵੀ ਕੈਪਟਨ ਸਾਹਿਬ ਵੀ ਉਹਨਾਂ ਨਾਲ ਰਲੇ ਹੋਏ ਆ, ਸਿਰਫ ਉਹਨਾਂ ਦਾ ਵੱਸ ਨਹੀਂ ਚੱਲਦਾ, ਉਹ ਦੋਵੇਂ ਪਾਸੇ ਦੋ ਕਿਸ਼ਤੀਆਂ 'ਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਹੇ। ਉਹ ਇਹ ਦੋਸ਼ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੇ ਪਹਿਲੇ ਦਿਨ ਤੋਂ ਲੱਗਦੇ ਆਏ ਆ ਵੀ ਅੰਦਰ ਖਾਤੇ ਕੇਂਦਰ ਸਰਕਾਰ ਨਾਲ ਰਲੇ ਹੋਏ ਆ। ਹੁਣ ਦੇਖੋ ਵੀ ਅਚਾਨਕ ਇੱਕ ਸਰਜ ਆ ਰਿਹਾ ਹੈਗਾ ਕੋਵਿਡ ਕੇਸਾਂ ਦੇ ਵਿੱਚ, ਕਰੋਨਾ ਪੋਜ਼ਿਟਿਵ ਕੇਸਿਸ ਦੇ ਵਿੱਚ। ਉਹ ਲੋਕ ਕਹਿੰਦੇ ਵੀ ਪੰਜਾਬ 'ਚ ਕਿਉਂ ਆ ਰਿਹਾ, ਉਹ ਮਹਾਰਾਸ਼ਟਰ 'ਚ ਕਿਉਂ ਆ ਰਿਹਾ, ਉਹ ਜਿਹੜੇ ਗੈਰ ਭਾਜਪਾ ਸ਼ਾਸਿਤ ਸੂਬੇ ਆ ਉੱਥੇ ਕਿਉਂ ਆ ਰਿਹਾ, ਵੀ ਕਰੋਨਾ ਇੰਨਾ ਕਹਿਣੇ ਕਾ ਰਿਹਾ। ਇਸ ਤਰ੍ਹਾਂ ਰੋਜ਼ ਖਿੱਲੀ ਉਡਾਈ ਜਾ ਰਹੀ ਹੈ। ਹੁਣ ਨਰੰਗ ਦੇ ਮਸਲੇ ਦੇ ਵਿੱਚ ਦੇਖੋ, ਹੱਥੀਂ ਪੈਣਾ ਜਾਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨਾਲ ਧੱਕਾ ਮੁੱਕੀ, ਹੂਰਾ ਮੁੱਕੀ ਕਰਨੀ, ਖਿੱਚ ਤੂ ਕਰਨੀ, ਕੱਪੜੇ ਪਾੜ ਦੇਣੇ, ਮੈਂ ਇਸ ਗੱਲ ਨੂੰ ਵਡਿਆਉਂਦਾ ਨਹੀਂ, ਪਰ ਸਾਡੀਆਂ ਸਰਕਾਰਾਂ ਨੂੰ, ਚਾਹੇ ਉਹ ਸੂਬਾ ਸਰਕਾਰ ਹੈ ਚਾਹੇ ਉਹ ਕੇਂਦਰੀ ਹਾਕਮ ਨੇ, ਉਹਨਾਂ ਨੂੰ ਲੋਕਾਂ ਦੇ ਗੁੱਸੇ ਨੂੰ ਵੀ ਸਮਝਣਾ ਚਾਹੀਦਾ ਵੀ ਲੋਕ ਹੁਣ ਇੰਨਾ ਅੱਕ ਚੁੱਕੇ ਆ ਸਰਕਾਰ ਦੇ ਖਿਲਾਫ, ਇੰਨਾ ਰੋਹ ਹੈ ਵੀ ਉਹ ਠੱਲਿਆ ਨਹੀਂ ਠੱਲਦਾ। ਠੀਕ ਹੈ, ਪੁਲਿਸ ਦੀਆਂ ਨਫਰੀਆਂ, ਅੱਧਿਓਂ ਵੱਧ ਪੁਲਿਸ ਤਾਂ ਜਿਹੜੇ VIP ਆ ਉਹਨਾਂ ਨੂੰ ਸਾਂਭਣ ਤੇ ਲੱਗੀ ਹੋਈ ਆ। ਤੇ ਜਿਹੜੀਆਂ ਲੋਕਾਂ ਦੀਆਂ ਇਹੋ ਜਿਹੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਇਕੱਠ ਹੁੰਦੇ ਆ, ਪੁਲਿਸ ਕਿੰਨਾ ਕੁ ਸਾਂਭ ਲਊ? ਤੇ ਆਮ ਤੌਰ ਤੇ ਕਿਹਾ ਜਾਂਦਾ ਵੀ ਜਦੋਂ ਵਿਦਰੋਹ ਹੁੰਦੇ ਆ ਨਾ, ਉਦੋਂ ਪੁਲਿਸ ਤੇ ਫੌਜ ਵੀ ਲੋਕਾਂ ਨਾਲ ਹੀ ਰਲ ਜਾਂਦੀ ਆ। ਫਿਰ ਉਹ ਖੜੇ ਤਮਾਸ਼ਾ ਦੇਖਦੇ ਆ ਵੀ ਕੁੱਟ ਪੈਂਦੀ ਆ ਤਾਂ ਪੈਣ ਦਿਓ। ਜਿਵੇਂ ਨਰੰਗ ਵਾਲੇ ਮਸਲੇ 'ਚ ਇਦਾਂ ਹੀ ਲੱਗਦਾ ਕੇਸ ਮੈਨੂੰ। ਦੇਖੋ, ਉਹਨਾਂ ਨੇ ਯਤਨ ਤਾਂ ਕੀਤਾ, ਉੱਥੇ ਮੌਕੇ ਤੇ ਸੀਨੀਅਰ ਅਫਸਰ ਵੀ ਆ ਗਏ, SHO ਵੀ ਸੀ, ਪਰ ਲੋਕ ਰੋ ਅੱਗੇ ਕੀ ਟਿਕਦਾ। ਉਹ ਕਹਿੰਦੇ ਆ ਵੀ ਕਿਸੇ ਦਾ ਸ਼ੇਅਰ ਆ ਵੀ ਦਰਿਆਵਾਂ ਨੂੰ ਬੰਨ ਤਾਂ ਬੇਸ਼ੱਕ ਮਾਰ ਲਓ, ਹੜ੍ਹ ਆਇਆ ਪਰ ਆਪਣੇ ਢੰਗ ਨਾਲ ਵਗਦਾ ਹੈ। ਠੀਕ ਆ, ਉਹ ਦਰਿਆਵਾਂ ਨੇ ਫਿਰ ਆਪਣੇ ਢੰਗ ਨਾਲ ਜਦੋਂ ਵਗਣਾ, ਤੇ ਉਦੋਂ ਇਦਾਂ ਦੀ ਗਿੱਦੜਕੁੱਟ, ਮੈਂ ਸ਼ਬਦ ਇਹਦੇ ਲਈ ਵਰਤਦਾ ਹੁੰਦਾ, ਇਹ ਗਿੱਦੜਕੁੱਟ ਵੀ ਹੁੰਦੀ ਆ, ਇਹ ਹਿੱਸਾ ਇੱਕ ਅੰਦੋਲਨ ਦਾ। ਠੀਕ ਹੈ ਨਾ। ਸੋ ਸਰਕਾਰ ਨੂੰ ਸਾਡੇ ਲੋਕਾਂ ਦਾ ਗੁੱਸਾ ਸਮਝਣਾ ਚਾਹੀਦਾ ਵੀ ਲੋਕ ਕਿਵੇਂ ਕਿੰਨਾ, ਇੱਕ ਤਰ੍ਹਾਂ ਤਾਂ ਸਰਕਾਰਾਂ ਲੋਕਾਂ ਨੂੰ ਭੜਕਾਉਂਦੀਆਂ ਵੀ ਆ। ਭਾਜਪਾ ਦੇ ਆਗੂ ਕਿਰਦਾਰਕੁਸ਼ੀ ਕਰਦੇ ਆ, ਆਗੂਆਂ ਦੇ ਕਿਰਦਾਰ ਸੰਬੰਧੀ ਪੁੱਠੇ ਸਿੱਧੇ। ਨਾਰੰਗ ਸਾਹਿਬ ਬਾਰੇ ਤੇ ਆਮ ਹੀ ਲੋਕੀ ਕਹਿ ਰਹੇ, ਕਹਿੰਦੇ ਬਹੁਤ ਪੁੱਠਾ ਸਿੱਧਾ ਬੋਲਦੇ ਸੀ। ਸੋ ਜਦੋਂ ਤੁਸੀਂ ਇੱਦਾਂ ਕਿਰਦਾਰਕੁਸ਼ੀ ਕਰੋਗੇ, ਸ਼ਬਦੀ ਹਮਲੇ ਕਰੋਗੇ, ਸ਼ਬਦੀ ਬਾਣ ਛੱਡੋਗੇ, ਫਿਰ ਦੇਖੋ ਇਹ ਇੱਕ ਤਰ੍ਹਾਂ ਨਾਲ ਸਰਕਾਰਾਂ ਸਾਡਾ ਸਬਰ ਪਰਖ ਰਹੀਆਂ, ਮਿਹਨਤਕਸ਼ਾਂ ਦਾ ਸਬਰ ਪਰਖ ਰਹੀਆਂ। ਸੋ ਇਹ ਕਿੰਨਾ ਕੁ ਚਿਰ ਚੱਲੇਗਾ? ਅੰਤ ਤਾਂ ਲੋਕਾਂ ਦਾ ਗੁੱਸਾ ਜਿਹੜਾ ਉਹ ਫੁੱਟਣਾ ਨਾ ਕਿਸੇ ਰੂਪ ਦੇ ਵਿੱਚ। ਤੇ ਸਰਕਾਰ ਜਿਹੜੀ ਆ, ਜਿਵੇਂ ਤੁਸੀਂ ਕਹਿੰਦੇ ਹੋ, ਉਹ ਜਿੱਦਾਂ ਖੱਟੜ ਸਾਹਿਬ ਕੀਤਾ, ਉਹ ਤੋਂ ਘੱਟ ਪੰਜਾਬ ਸਰਕਾਰ ਬਣੀ ਜੀ। ਅੱਛਾ, ਇਹਦੇ 'ਚ ਇੱਕ ਗੱਲ ਹੋਰ ਹੈ ਵੀ ਜਿਹੜੀ ਇੱਕ ਹੋਰ ਇਲਜ਼ਾਮ ਲਾ ਰਹੇ ਆ, ਕਿਸਾਨ ਨਹੀਂ ਲਾ ਰਹੇ, ਆਮ ਬੰਦਾ ਵੀ ਇਹ ਚੀਜ਼ ਸੋਚ ਰਿਹਾ ਆ। ਜਦੋਂ ਤੁਸੀਂ ਆਮ ਗੱਲਬਾਤ ਕਰਦੇ ਆ ਤੇ ਹਰ ਬੰਦਾ ਇਹੀ ਕਹਿ ਰਿਹਾ, ਕਹਿੰਦੇ ਇਸ ਵੇਲੇ BJP ਵਾਲਿਆਂ ਨੂੰ ਜਾਣ ਕੇ ਐਕਟਿਵ ਕੀਤਾ ਜਾ ਰਿਹਾ ਤਾਂ ਕਿ ਉਹਨਾਂ 'ਤੇ ਇਹੋ ਜਿਹੇ ਹਮਲੇ ਹੋਣ ਤੇ ਉਹਦੇ ਨਾਲ ਇੱਕ ਤੇ ਕਿਸਾਨਾਂ ਦਾ ਅੰਦੋਲਨ ਬਦਨਾਮ ਹੋਵੇ। ਉਹ ਉਕਸਾ ਰਹੇ ਆ ਕਿਸਾਨਾਂ ਨੂੰ, ਔਰ ਦੂਜਾ ਕਹਿੰਦੇ ਕਿ ਹੋ ਸਕਦਾ ਹੈ ਰਾਸ਼ਟਰਪਤੀ ਰਾਜ ਵੱਲ ਦਾ ਰਾਹ ਵੀ ਪੱਧਰਾ ਕਰ ਰਿਹਾ। ਜਿਹੜੀ ਤੁਹਾਡੀ ਮਗਰਲੀ ਗੱਲ ਆ ਨਾ, ਉਹ ਮੈਂ ਉਹਦੇ ਨਾਲ ਤਾਂ ਬਿਲਕੁਲ ਸਹਿਮਤ ਹਾਂ ਵੀ ਦੇਖੋ, ਹੁਣ ਪਾਬੰਦੀਆਂ ਜਿਹੜੀਆਂ ਕਰੋਨਾ ਦੀਆਂ 10 ਅਪ੍ਰੈਲ ਤੱਕ ਵਧਾਤੀਆਂ, ਰਾਤ ਦਾ ਕਰਫਿਊ ਲੱਗਾ ਜਦ ਲੋਕ ਆਪਣੇ ਘਰਾਂ 'ਚ ਬੜੇ ਹੁੰਦੇ ਆ, ਇਹ ਇੱਕ ਤਰ੍ਹਾਂ ਨਾਲ ਹੌਲੀ ਹੌਲੀ ਉਹਦੇ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਆ
ਮੇਰੀ ਜਾਚੇ ਜਿਹੜਾ ਹੈਗਾ ਕਿਸਾਨ ਅੰਦੋਲਨ ਨੂੰ ਫੇਲ ਕਰਨ ਲਈ, ਜੀ। ਰਾਸ਼ਟਰਪਤੀ ਰਾਜ ਲਾਗੂ ਕਰਨ ਲਈ, ਦਿੱਲੀ ਦੇ ਵਿੱਚ ਜਿਹੜਾ ਕਾਨੂੰਨ ਬਣਾਇਆ ਵੀ ਚੁਣੀ ਹੋਈ ਸਰਕਾਰ ਦੀਆਂ, ਦਿੱਲੀ ਸਰਕਾਰ ਦੀਆਂ ਸ਼ਕਤੀਆਂ ਘਟਾਤੀਆਂ। ਬਿਲਕੁਲ। ਅੱਗੇ ਕਦੀ ਹੋਇਆ ਵੀ ਜਿਹੜਾ ਲੈਫਟੀਨੈਂਟ ਗਵਰਨਰ ਆ ਉਹਨੂੰ ਇੰਨੀਆਂ ਪਾਵਰਾਂ ਦਿੱਤੀਆਂ ਜਾਣ? ਕਿਤੇ ਕਿਤੇ ਇਦਾਂ ਵੀ ਸੁਣਨ 'ਚ ਆਉਂਦਾ ਵੀ ਜਿਵੇਂ ਕੇਜਰੀਵਾਲ ਸਾਹਿਬ ਨੇ ਸਟੇਡੀਅਮ ਜਿਹੜੇ ਆ ਖੁੱਲ੍ਹੀਆਂ ਜੇਲ੍ਹਾਂ ਬਣਾਉਣ ਲਈ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਗਵਰਨਰ ਕੋਲੋਂ ਸਾਰੀਆਂ ਪਾਵਰਾਂ ਆ ਗਈਆਂ, ਸਾਰਾ ਕੁਝ ਹੋ ਸਕਦਾ ਕੱਲ੍ਹ ਨੂੰ ਦਿੱਲੀ ਦਾ ਲੈਫਟੀਨੈਂਟ ਗਵਰਨਰ ਕਹੇ ਵੀ ਲਿਆਓ ਭਾਈ ਚੁੱਕ ਕੇ ਤਾਂ ਇਹਨਾਂ ਖੁੱਲ੍ਹੀਆਂ ਜੇਲ੍ਹਾਂ 'ਚ ਛੱਡੋ। ਸੋ ਆਲੇ ਦੁਆਲੇ ਇਹ ਪੇਸ਼ਬੰਦੀਆਂ ਕੀਤੀਆਂ ਜਾ ਰਹੀਆਂ ਕਿਸਾਨ ਅੰਦੋਲਨ ਦਾ ਲੱਕ ਤੋੜਨ ਲਈ, ਉਹਨੂੰ ਢਾਹ ਲਾਉਣ ਲਈ ਲਮਕਾਇਆ ਜਾ ਰਿਹਾ। ਫਿਰ ਤੁਸੀਂ ਇੱਧਰ ਪੰਜਾਬ 'ਚ ਤੁਸੀਂ ਦੇਖਦੇ ਆ ਵੀ ਜਿਹੜਾ ਆ ਕਰੋਨਾ ਦੇ ਨਾਂ ਹੇਠ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਿਆ ਜਾ ਰਿਹਾ, ਚਲਾਨ ਕੀਤੇ ਜਾ ਰਹੇ ਆ। ਉਧਰ 1 ਅਪ੍ਰੈਲ ਤੋਂ ਸਦਾ ਹੀ ਕਣਕ ਦੀ ਵਾਢੀ ਤੋਂ ਪਿੱਛੋਂ ਖਰੀਦ ਸ਼ੁਰੂ ਹੋ ਜਾਂਦੀ ਆ। ਬਿਲਕੁਲ। ਆੜਤੀਏ ਸਟ੍ਰਾਈਕ ਤੇ ਆ। FCI ਜਿਹੜਾ ਆ ਉਹ ਫਰਦਾਂ ਕਹਿੰਦੇ ਆ ਵੀ ਜ਼ਮੀਨ ਦੀਆਂ ਅਪਲੋਡ ਕਰੋ। ਐਤਕੀ ਕਹਿੰਦੇ ਆ 10 ਅਪ੍ਰੈਲ ਤੋਂ ਸ਼ੁਰੂ ਹੋਣੀ, ਤੇ 10 ਅਪ੍ਰੈਲ ਤੋਂ ਜਿਹੜੀ ਆ ਕਣਕ ਦੀ ਖਰੀਦ ਸ਼ੁਰੂ ਕਰ ਰਹੇ ਆ। ਇਹ ਇੱਕ ਤਰ੍ਹਾਂ ਨਾਲ ਨਹੀਂ, ਇਹ ਪੂਰੀ ਤਰ੍ਹਾਂ ਅੰਦੋਲਨ ਨੂੰ ਫੇਲ ਕਰਨ ਦੀਆਂ ਚਾਲਾਂ ਆ ਤੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਦੀਆਂ ਚਾਲਾਂ ਨੇ। ਤੇ ਪਿਊਸ਼ ਗੋਇਲ ਸਾਹਿਬ ਨੇ ਤਾਂ ਕਹਿੰਦੇ ਪੰਜਾਬ ਗਵਰਨਮੈਂਟ ਨੂੰ ਕਹਿ ਦਿੱਤਾ ਕਿ ਜੇ ਤੁਸੀਂ ਇਹ ਅਪਲੋਡ ਨਹੀਂ ਕਰਦੇ ਫਰਦਾਂ ਜਾਂ ਉਹਨਾਂ ਦੀ ਗੱਲ ਨਹੀਂ ਮੰਨਦੇ ਜੋ ਇਹਨਾਂ ਨੇ ਸਿੱਧੀ ਅਦਾਇਗੀ ਵਾਲੀ ਗੱਲ, ਤੇ ਉਹ ਕਹਿੰਦੇ ਵੀ ਅਸੀਂ ਰਿਆਇਤਾਂ ਬੰਦ ਕਰ ਦਿਆਂਗੇ ਪੰਜਾਬ ਦੀਆਂ। ਬਿਲਕੁਲ। ਉਹ ਦੇਖੋ ਪਿਊਸ਼ ਗੋਇਲ ਹੋਰੀ ਹੋਣ, ਚਾਹੇ ਨਰਿੰਦਰ ਤੋਮਰ ਹੋਣੀ ਹੋਣ, ਚਾਹੇ ਪ੍ਰਧਾਨ ਮੰਤਰੀ ਤੇ ਚਾਹੇ ਗ੍ਰਹਿ ਮੰਤਰੀ, ਪੰਜਾਬ ਨਾਲ ਇਹ ਕੋਈ ਨਵਾਂ ਵੈਰ ਨਹੀਂ ਕੇਂਦਰੀ ਹਾਕਮਾਂ ਦਾ। ਪੰਜਾਬ ਨਾਲ ਤਾਂ ਮੁੱਢ ਕਦੀਮ ਤੋਂ ਵੈਰ ਰਿਹਾ। ਇੱਥੇ ਪੰਜਾਬ ਦੀਆਂ ਸਰਹੱਦਾਂ ਜਿਹੜੀਆਂ ਆ ਦਰਰਾ ਖੈਬਰ ਤੱਕ ਸੀਗੀਆਂ। ਬਿਲਕੁਲ। ਠੀਕ ਆ, ਕਿੱਥੇ ਜਾ ਕੇ ਦਰਿਆ ਸਿੰਧ ਤੇ ਦਰਿਆ ਨੀਲ ਮਿਲਦੇ ਨੇ। ਠੀਕ ਹੈ। ਅਫਗਾਨਿਸਤਾਨ ਦੀ ਹੱਦ ਤੇ, ਕਿੱਥੇ ਕਾਬਲ ਕੰਧਾਰ, ਕਿੱਥੇ ਜੰਮੂ ਕਸ਼ਮੀਰ, ਸਾਰਾ ਲੇਹ ਤੱਕ ਪੰਜਾਬ ਦਾ ਰਾਜ ਸੀ। ਬਿਲਕੁਲ। ਕਦੀ ਸਾਂਝੇ ਪੰਜਾਬ ਦੀ ਰਾਜਧਾਨੀ ਸ਼ਿਮਲਾ ਸੀ। ਬਿਲਕੁਲ। ਠੀਕ ਹੈ। ਡਲਹੌਜ਼ੀ, ਊਨਾ, ਹੁਸ਼ਿਆਰਪੁਰ ਤੇ ਗੁਰਦਾਸਪੁਰ ਦੀਆਂ ਤਹਿਸੀਲਾਂ ਸੀਗੀਆਂ। ਬਿਲਕੁਲ ਜੀ। ਠੀਕ ਆ। ਲਾਹੌਲ ਸਪੀਤੀ ਤੱਕ ਲੋਕ ਪੰਜਾਬੀ ਬੋਲਦੇ ਆ। ਉਹ ਜਿਹੜੀ ਪੰਜਾਬੀ ਸੂਬਾ ਆਪਾਂ ਨੂੰ ਦਿੱਤਾ ਉਹ ਪੰਜਾਬੀ ਸੂਬੀ ਆ। ਬਿਲਕੁਲ। ਠੀਕ ਹੈ। ਸਾਰਾ ਹਰਿਆਣਾ ਸਵਾਏ ਬਾਂਗਰੂ ਦੇਸ਼ ਤੋਂ, ਮਤਲਬ ਜਿਹੜਾ ਰਾਜਸਥਾਨ ਇਲਾਕਾ ਲੱਗਦਾ, ਬਿਲਕੁਲ ਪੰਜਾਬੀ ਬੋਲਦਾ। ਬਿਲਕੁਲ। GT ਰੋਡ ਤੇ ਬਿਰਕ ਵਸੇ ਹੋਏ ਆ, ਦਿੱਲੀ ਤੱਕ ਪੰਜਾਬੀ ਬੋਲਦੇ ਸਾਰੇ। ਜੀ ਜੀ। ਠੀਕ ਹੈ। ਸੋ ਇਹ ਜਿਹੜੀਆਂ ਚਾਲਾਂ ਨੇ ਨਾ, ਪਹਿਲਾਂ ਤੋਂ ਹੀ ਪੰਜਾਬ ਨੂੰ ਢਾਹ ਲਾਉਣ ਲਈ ਅਜਿਹਾ ਕੀਤਾ ਜਾ ਰਿਹਾ। ਤੇ ਇਹ ਜਿਹੜੀ ਪਿਊਸ਼ ਗੋਇਲ ਦੀ ਧਮਕੀ ਆ ਨਾ ਵੀ ਪੰਜਾਬ ਨੂੰ ਜਿਹੜੀਆਂ ਰਾਇਤਾਂ, ਪਹਿਲਾਂ ਪੰਜਾਬ ਸਿਰ ਇੰਨਾ ਕਰਜ਼ਾ ਆ ਉਹ ਸੂਬਾ ਹੀ ਲਾ ਰਿਹਾ। ਅੱਤਵਾਦ ਦੇ ਸਮੇਂ ਦਾ ਟਰਮੋਇਲ ਸੀ ਜਿਹੜੀ ਇੱਥੇ, ਉਹ ਮਿਲੀਟੈਂਟ ਟਰਮੋਇਲ ਕਹਾਂਗੇ, ਬਲਕਿ ਉਹ ਉਦੋਂ ਤੋਂ ਜਿਹੜਾ ਅੱਜ ਤੱਕ ਕਰਜ਼ਾ ਪੰਜਾਬ ਸਿਰੋਂ ਨਹੀਂ ਲੱਥਿਆ। ਤੇ ਅੱਜ ਹੁਣ ਇਹਨਾਂ ਨੇ ਪਹਿਲਾਂ ਸਹੂਲਤਾਂ ਕਿੰਨੀਆਂ ਕਿ ਦਿੱਤੀਆਂ ਜਾ ਰਹੀਆਂ। ਠੀਕ ਹੈ। ਗੈਰ ਭਾਜਪਾ ਸ਼ਾਸਿਤ ਸੂਬਿਆਂ ਨੂੰ ਤਾਂ ਪਹਿਲਾਂ ਹੀ ਮਤਲਬ ਸਰਕਾਰ ਜਿਹੜੀ ਆ ਉਹ ਠੁੱਠ ਵਿਖਾਉਂਦੀ ਹੈ। ਇਹ ਵੈਸੇ ਵੀ ਜੇ ਕਿਸਾਨੀ ਨੂੰ ਇੰਨੀਆਂ ਸਹੂਲਤਾਂ ਸੀਗੀਆਂ ਜੀ, ਤੇ ਭਾਈ ਉਹ ਕਿਸਾਨਾਂ ਦੀਆਂ ਲਟਕਦੀਆਂ ਲਾਸ਼ਾਂ, ਕਦੀ ਉਹਨਾਂ ਦਾ ਪੁੱਤ, ਕਦੀ ਉਹਨਾਂ ਦੀ ਧੀ, ਕਦੇ ਉਹਨਾਂ ਦੀ ਘਰ ਵਾਲੀ ਜਿਹੜੀ ਖੁਦਕਸ਼ੀਆਂ ਦੀਆਂ ਲਾਸ਼ਾਂ ਲਾ ਲਿਆਉਂਦੇ ਸੀ ਗਏ, ਉਹ ਕਿੱਦਾਂ ਹੋ ਗਈਆਂ ਜੇ ਕਿਸਾਨੀ ਐਡੀ ਤੁਸੀਂ ਖੁਸ਼ਹਾਲ ਕੀਤੀ ਹੋ ਸੀ? ਬਿਲਕੁਲ। ਦੇਖੋ ਕਿਸਾਨਾਂ ਦੇ ਜਿਹੜੇ ਪੁੱਤ ਨੇ ਉਹ ਸਰਹੱਦਾਂ ਤੇ ਲੜ ਮਰ ਰਹੇ ਆ ਦੇਸ਼ ਲਈ। ਉਹ ਦਿੱਲੀ ਦੀ ਸਰਹੱਦ ਤੇ ਆਪ ਬੈਠੇ ਆ ਤੇ ਸਰਕਾਰ ਸਾਡੀ ਕਦੀ ਗੁਆਂਢੀ ਸੂਬੇ 'ਚ ਜਾਂਦੀ ਆ, ਕਦੀ ਇਹ ਦੱਸਦੀ ਆ ਵੀ ਅਸੀਂ 71 ਦੀ ਜੰਗ ਵੀ ਲੜੀ ਹੋਈ ਆ। ਬਿਲਕੁਲ। ਜੰਗਾਂ ਤਾਂ 2 ਸੂਬਿਆਂ ਦੇ ਲੋਕਾਂ ਨੇ ਲੜੀਆਂ, ਜਾਂ ਪੰਜਾਬੀਆਂ ਨੇ ਜਾਂ ਬੰਗਾਲੀਆਂ ਨੇ। ਬਿਲਕੁਲ। ਠੀਕ ਆ। ਬਾਕੀ ਤਾਂ ਦੇਸ਼ ਦੇ ਹਿੱਸੇ ਬਹੁਤਾ ਨਹੀਂ ਆਇਆ, ਜਾਂ ਯੂਪੀ ਦੇ ਲੋਕ। ਬਿਨਾਂ ਸ਼ੱਕ ਬਹੁਤ ਸਾਰੇ ਜਿਹੜੇ ਦੇਸ਼ ਭਗਤ ਆ ਉਹ ਯੂਪੀ ਨਾਲ, ਉੱਤਰਾਖੰਡ ਨਾਲ ਸੰਬੰਧਿਤ ਸੀਗੇ ਅੱਜ ਦੇ ਨਾਲ। ਠੀਕ ਹੈ। ਸੋ ਇਸ ਕਰਕੇ ਇਹ ਜਿਹੜੀਆਂ ਸਾਰਾ ਕੁਛ ਆ ਨਾ, ਇਹ ਵਰਤਾਰਾ ਜਿਹੜਾ ਹਾਕਮਾਂ ਦਾ, ਇਹ ਲੰਮੇ ਸਮੇਂ ਤੱਕ ਚੱਲਣ ਵਾਲਾ ਨਹੀਂ। ਇੱਕ ਤਾਂ ਇੱਥੇ ਕਿਤੇ ਨਾ ਕਿਤੇ ਇਹਨੂੰ ਡੈਂਟ ਪਏਗਾ। ਦੂਸਰਾ, ਸਰਕਾਰਾਂ ਨੂੰ ਕੰਨ ਧਰਨਾ ਚਾਹੀਦਾ ਕੀ ਕਹਿ ਰਹੇ ਆ ਮਿਹਨਤਕਸ਼। ਤੁਸੀਂ ਕਰੋਨਾ ਦੀ ਗੱਲ ਕੀਤੀ ਹੈ ਜੀ। ਕਰੋਨਾ ਅਜੀਬ ਜਿਹਾ ਹੀ ਆ। ਚਲੋ ਇਹ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਬਿਲਕੁਲ ਹੈ ਨਹੀਂ, ਹੈ ਦੁਨੀਆ ਸਾਰੀ 'ਚ ਹੀ ਹੈ। ਇੱਕ ਪਾਸੇ ਯੂਪੀ ਦੇ ਵਿੱਚ ਕੁੰਭ ਦੇ ਮੇਲੇ ਵੀ ਚੱਲ ਰਹੇ ਆ, ਹੋਲੀਆਂ ਵੀ ਚੱਲ ਰਹੀਆਂ, ਸਭ ਕੁਝ ਚੱਲ ਰਿਹਾ, ਉਹਨੂੰ ਕੋਈ ਕੰਟਰੋਲ ਨਹੀਂ ਕਰ ਰਹੇ। ਤੇ ਇੱਧਰ ਹਜ਼ੂਰ ਸਾਹਿਬ ਦੇ ਵਿੱਚ ਜੋ ਪਿਛਲੇ ਦਿਨਾਂ 'ਚ ਹੋਇਆ, ਉਹਨਾਂ ਨੂੰ ਧੱਕੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਬੈਰੀਕੇਡ ਜਿਹੜੇ ਟੁੱਟੇ ਆ ਹੋਲੇ ਮਹੱਲੇ ਤੇ, ਇਹਨੂੰ ਕਿੱਦਾਂ ਦੇਖਦੇ ਹੋ? ਇਹ ਦੋਹਰੀ ਨੀਤੀ ਕਾਹਤੇ ਚੱਲ ਰਹੀ? ਦੇਖੋ, ਇਹ ਦੋਹਰੇ ਮਾਪਦੰਡ ਨੇ। ਯੂਪੀ ਦੇ ਵਿੱਚ ਪ੍ਰਯਾਗਰਾਜ ਕੁੰਭ ਦਾ ਮੇਲਾ ਜਿੱਥੇ ਲੱਗਦਾ, ਸੰਗਮ ਹੈ ਗੰਗਾ ਜਮਨਾ ਤੇ ਸਰਸਵਤੀ ਨਦੀਆਂ ਦਾ, ਉੱਥੇ ਕਰੋਨਾ ਨਹੀਂ ਆਉਂਦਾ।
ਕਿਉਂਕਿ ਉੱਥੇ ਇਹਨਾਂ ਦੀ ਆਪਣੀ ਸਰਕਾਰ ਆ, ਉੱਥੇ ਹਿੰਦੂ ਭਾਈਚਾਰਾ ਇਕੱਠਾ ਹੁੰਦਾ। ਸਿੱਖ ਪਹਿਲਾਂ ਤੋਂ ਹੀ ਇਹਨਾਂ ਦੀਆਂ ਅੱਖਾਂ 'ਚ ਰੜਕਦੇ ਆ, ਹਾਲਾਂਕਿ ਦੇਸ਼ ਨੂੰ ਆਜ਼ਾਦ ਕਰਵਾਉਣ 'ਚ ਸਭ ਤੋਂ ਵੱਧ ਯੋਗਦਾਨ ਸਿੱਖਾਂ ਦਾ। ਬਿਲਕੁਲ। ਹੁਣ ਜੇ ਗੁਰਦੁਆਰਾ ਹਜੂਰ ਸਾਹਿਬ ਦੇ ਵਿੱਚ ਹੋਲਾ ਮਹੱਲੇ ਤੇ ਜਲੂਸ ਕੱਢਦੇ ਆ ਤੇ ਕਦੋਂ ਸੰਗਤਾਂ ਠੱਲਦੀਆਂ ਨੇ। ਇਹ ਜਿਹੜੇ ਏਡੇ ਵੱਡੇ ਇਕੱਠ ਕਰ ਰਹੇ ਆ, ਬੰਗਾਲ 'ਚ ਏਡੀਆਂ ਏਡੀਆਂ ਰੈਲੀਆਂ ਕੀਤੀਆਂ, ਅਸਾਮ ਦੇ ਵਿੱਚ ਏਡੀਆਂ ਏਡੀਆਂ ਰੈਲੀਆਂ ਕੀਤੀਆਂ, ਉੱਥੇ ਤਾਂ ਕਰੋਨਾ ਜਿਹੜਾ ਆ ਉਹਦਾ ਕੋਈ ਡਰ ਨਹੀਂ। ਸਿੱਖ ਜੇ ਉੱਥੇ ਕੱਢਦੇ ਆ ਫਿਰ ਉਹਨਾਂ ਦਾ ਰੋਹ ਵੀ ਤੁਸੀਂ ਦੇਖੋ ਵੀ ਪੁਲਿਸ ਵਾਲੇ ਉਹਨਾਂ ਨੇ ਦੜਾ ਕੇ ਕੁੱਟੇ। ਬਿਲਕੁਲ ਠੀਕ ਹੈ, ਕਾਫੀ ਸਾਰੇ ਜ਼ਖਮੀ ਕੀਤੇ, 22 ਬੰਦਿਆਂ ਦੀਆਂ ਉੱਥੇ ਗ੍ਰਿਫਤਾਰੀਆਂ ਬਾਅਦ 'ਚ ਪੁਲਿਸ ਕਰਦੀ ਆ ਤੇ ਪੁਲਿਸ ਨੇ ਤਾਂ ਜੋ ਫਿਰ ਹਾਕਮ ਕਹਿੰਦੇ ਉਹੀ ਕਰਨਾ ਹੀ ਹੁੰਦਾ। ਪਰ ਇਹ ਕਰੋਨਾ ਨੂੰ ਕਿਵੇਂ ਵਰਤਿਆ ਜਾ ਰਿਹਾ ਹੈ ਇਸ ਵੇਲੇ ਆਪਣੇ ਸਿਆਸੀ ਲਾਹੇ ਲਈ ਤੇ ਆਪਣੇ ਹੋਰ ਲਾਹਿਆਂ ਲਈ, ਉਹ ਸਾਰਿਆਂ ਨੂੰ ਦਿਸਦਾ ਹੀ ਹੈ ਜੀ। ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ। ਵੱਧਦੇ ਹਾਂ ਅਗਲੀ ਗੱਲ ਨਾਲ। ਸੱਤੀ ਸਾਹਿਬ, SGPC ਦਾ ਬਜਟ ਆ ਗਿਆ, ਕੀ ਸੋਚਦੇ ਹੋ ਉਹਦੇ ਬਾਰੇ? ਬਜਟ ਤਾਂ ਅਰਬਾਂ ਦਾ, ਪਰ ਕਹਿੰਦੇ ਘਾਟੇ ਦਾ ਬਜਟ ਆ। ਨਹੀਂ, ਪਰ ਉਹ ਕਹਿੰਦੇ ਵੀ ਪ੍ਰੈਸ ਨੂੰ ਤੇ ਉੱਥੇ ਅਲਾਓ ਨਹੀਂ ਕੀਤਾ ਉਹਨੇ ਅੰਦਰ ਆਉਣ ਨੂੰ। ਦੇਖੋ ਪ੍ਰੈਸ ਦੇ ਸੂਤਰ ਤਾਂ ਹੁੰਦੇ ਆ ਪ੍ਰੈਸ ਦੇ ਸੂਤਰ ਤਾਂ ਹੁੰਦੇ ਆ ਜੀ। ਦੇਖੋ ਤੇਜਪਾਲ ਜੀ, ਭਈ ਅਰਬਾਂ ਦਾ ਬਜਟ ਆ। ਕਿਹਾ ਜਾਂਦਾ ਵੀ ਪੰਜਾਬ ਸਰਕਾਰ ਦਾ ਬਜਟ ਤੇ SGPC ਇੱਕ ਬਰਾਬਰ ਕਹਿ ਲਓ ਜਾਂ ਵੱਡਾ ਹੀ ਹੁੰਦਾ। ਜੀ ਜੀ। ਕਿੰਨੀਆਂ ਸੰਸਥਾਵਾਂ ਆ, ਕਿੰਨਾ ਚੜਾਵਾ ਚੜਦਾ, ਇਕੱਲਾ ਦਰਬਾਰ ਸਾਹਿਬ ਦੇ ਵਿੱਚ ਹੀ ਬਿਲਕੁਲ ਰੋਜ਼ ਦਾ ਜਿਹੜਾ ਚੜਾਵਾ ਕਿੰਨਾ ਹੁੰਦਾ ਹੈ। ਸੰਸਥਾਵਾਂ ਚਲਾ ਰਹੀ ਹੈ SGPC, ਆਪਣੇ ਕਾਲਜ ਚਲਾ ਰਹੀ ਹੈ, ਕੁੜੀਆਂ ਦੇ ਕੋ ਐਜੂਕੇਸ਼ਨਲ ਕਾਲਜ ਜਿਹੜੇ ਹਸਪਤਾਲ ਨੇ। ਪਰ ਇਹ ਇੱਕ ਦੋ ਪਰਿਵਾਰਾਂ ਲਈ ਤਾਂ ਬੜਾ ਲਾਹੇਵੰਦ ਸਿੱਧ ਹੁੰਦਾ ਸਦਾ ਹੀ ਬਜਟ। ਸਾਰੇ ਕੰਟਰੈਕਟ ਉਹਨਾਂ ਨੂੰ ਹੀ ਜਾਂਦੇ ਆ, ਸਾਰੇ ਕੰਟਰੈਕਟ ਉਹਨਾਂ ਨੂੰ ਜਾਂਦੇ ਆ, ਠੇਕੇ ਉਹਨਾਂ ਨੂੰ ਜਾਂਦੇ ਆ। ਤਾਂ ਕੁੱਲ ਮਿਲਾ ਕੇ ਸੰਗਤਾਂ ਲਈ ਉਹ ਘਾਟੇ ਦਾ, ਜਿੰਨੇ ਸਕੂਲ ਹਸਪਤਾਲ ਸਭ ਘਾਟੇ 'ਚ, ਸਾਰਾ ਕੁਝ ਘਾਟੇ ਦੇ ਵਿੱਚ। ਫਿਰ ਤਾਂ ਇਹ ਬੰਦ ਹੀ ਕਰ ਦੇਣੇ ਚਾਹੀਦੇ ਆ। ਦੂਸਰਾ, ਜਿਹੜੇ ਸਿੱਖ ਬੱਚੇ ਆ ਜਿਹੜੇ ਕਹਿੰਦੇ ਆ ਜੀ ਵੀ ਪੂਰਨ ਗੁਰਸਿੱਖ ਆ ਜੀ। ਮੈਂ ਇੱਕ ਉਦਾਹਰਣ ਇਹਨਾਂ ਦੇ ਇੱਕ ਮੈਡੀਕਲ ਕਾਲਜ ਦੀ ਦਿੰਦਾ। ਪਈ ਵੇਰਕਾ ਬਾਈਪਾਸ ਤੇ ਲਾਗੇ ਹੈਗਾ ਮਹਿਤਾ ਰੋਡ ਤੇ ਸ਼੍ਰੋਮਣੀ ਕਮੇਟੀ ਦਾ ਮੈਡੀਕਲ ਕਾਲਜ ਆ। ਅੱਜ ਕੱਲ੍ਹ ਉਹ ਡੀਮਡ ਯੂਨੀਵਰਸਿਟੀ ਆ ਆਪਣੇ ਆਪ ਦੇ ਵਿੱਚ। ਠੀਕ ਹੈ ਜੀ ਜੀ। ਤਾਂ ਉਹ ਜਿੱਦਾਂ ਹੁਣ ਖੁਦ ਮੁਖਤਾਰ ਬਣ ਗਿਆ, ਠੀਕ ਹੈ, ਤਾਂ ਉੱਥੇ ਜਿਹੜਾ ਦਾਖਲਾ ਆ ਬੱਚਿਆਂ ਨੂੰ, ਉਹ ਬਾਕੀ ਥਾਵਾਂ ਨਾਲੋਂ ਮਹਿੰਗਾ ਦਿੱਤਾ ਜਾਂਦਾ। ਉੱਥੇ ਕੋਈ ਨਹੀਂ ਦੇਖਿਆ ਜਾਂਦਾ। ਕਹਿਣ ਨੂੰ ਪਹਿਲਾਂ ਇੱਕ ਧਾਰਮਿਕ ਪ੍ਰੀਖਿਆ ਹੁੰਦੀ ਆ ਵੀ ਜਿਹੜੇ ਪੂਰਨ ਗੁਰਸਿੱਖ ਬੱਚੇ ਆ, ਦਾੜੀ ਕੇਸ ਆਪਣੇ ਨਹੀਂ ਕੱਟਦੇ, ਬੇਅਦਬੀ ਨਹੀਂ ਕਰਦੇ ਕੇਸਾਂ ਦੀ, ਉਹ ਜਿਹੜੇ ਆ ਉਹ ਧਾਰਮਿਕ ਪ੍ਰੀਖਿਆ ਦੇਣ, ਫਿਰ ਉਹਨਾਂ ਨੂੰ ਰਹਿਤਾਂ, ਫੀਸ ਉਹਨਾਂ ਤੋਂ ਵੀ ਉਨੀ। ਸੋ ਇਹ ਸਿੱਖੀ ਨੂੰ ਪ੍ਰਮੋਟ ਕਰਨ ਲਈ ਕੀ ਕਰ ਰਹੇ ਆ? ਬਿਲਕੁਲ। ਕਦੋਂ ਇਹਨਾਂ ਨੇ ਸਿੱਖ ਡਾਕਟਰ ਜਿਹੜੇ ਆ ਚੋਟੀ ਦੇ ਬਣਾਉਣੇ ਆ, ਜਿਹੜੇ ਦੁਨੀਆ ਦੇ ਵਿੱਚ ਆਪਣਾ ਨਾਮਣਾ ਖੱਟਣਗੇ? ਬਿਲਕੁਲ। ਜੇ ਫੀਸਾਂ ਹੀ, ਜੁਰਮਾਨੇ, ਪੰਜਾਬ ਦੇ ਸਾਰੇ ਮੈਡੀਕਲ ਕਾਲਜਸ ਜਿਹੜੇ ਪ੍ਰਾਈਵੇਟ ਆ, ਪ੍ਰਾਈਵੇਟ ਕਿੰਨੇ ਕਾ? DMC CMC ਆ, ਠੀਕ ਆ। ਪਠਾਨਕੋਟ ਵਾਲਾ ਬੰਦ ਹੋ ਗਿਆ, ਆਦੇਸ਼ ਹੋ ਗਿਆ, ਠੀਕ ਹੈ, ਥੋੜੇ ਜਿਹੇ ਆ ਨਾ। ਬਿਲਕੁਲ। ਸਭ ਤੋਂ ਵੱਧ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਗੈਰ ਹਾਜ਼ਰ ਰਹਿਣ ਦੇ ਜੁਰਮਾਨੇ ਉੱਥੇ ਕੀਤੇ ਜਾਂਦੇ ਨੇ। ਠੀਕ ਹੈ, ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਾਲਜ ਨੇ ਉੱਥੇ ਲਹੂ ਪੀਤਾ ਜਾਂਦਾ ਬੱਚਿਆਂ ਦਾ ਜੀ। ਅਗਲੀ ਗੱਲ, ਸਕੂਲ ਵੀ ਇਸੇ ਤਰ੍ਹਾਂ। ਵੀ ਫਿਰ ਜੇ ਐਡਾ ਹੀ ਘਾਟੇ ਦਾ ਸੌਦਾ ਆ ਤਾਂ ਫਿਰ ਤੁਸੀਂ ਇਹ ਕਿਹੜੇ ਸਿੱਖ ਬੱਚਿਆਂ ਨੂੰ ਤੁਸੀਂ ਵਿੱਦਿਆ ਦੇ ਰਹੇ ਹੋ? ਕਿਹੜੇ ਸਿੱਖ ਬੱਚਿਆਂ ਨੂੰ ਪ੍ਰਮੋਟ ਕਰ ਰਹੇ ਆ? ਹੁਣ ਇੱਕ ਉਹ ਬੱਚੀ ਜਿਹੜੀ ਓਲੰਪਿਕ ਲਈ ਆਈ ਆ, ਥਰੋਅਰ, ਬਿਲਕੁਲ, ਤੇ ਉਹਦੀਆਂ ਫੋਟੋਆਂ ਲਵਾ ਕੇ ਮੀਡੀਆ ਦੇ ਵਿੱਚ ਵੀ ਅਸੀਂ ਜੀ ਬਹੁਤ ਕੁਝ ਕਰ ਰਹੇ ਆ। ਬਾਕੀ ਸਿੱਖ ਬੱਚੇ ਜਿਹੜੇ ਆ, ਉਹ ਵੀ ਬਹੁਤ ਸਾਰੇ ਦਸਤਾਰਧਾਰੀ ਬੱਚੇ ਨੇ ਜਿਹੜੇ, ਹਨਾ। ਕੋਈ ਸ਼੍ਰੋਮਣੀ ਕਮੇਟੀ ਦੀ ਅੱਜ ਤੱਕ ਹਾਕੀ, ਉਹਦੇ ਨਾਲੋਂ ਤਾਂ ਨਾਮਧਾਰੀਏ ਚੰਗੇ ਆ ਜਿਹੜੇ ਸੰਗੀਤ ਨੂੰ ਵੀ ਪ੍ਰਮੋਟ ਕਰਦੇ ਆ।
ਨਹੀਂ ਆ ਖਡੂਰ ਸਾਹਿਬ ਵਾਲੇ ਖਡੂਰ ਸਾਹਿਬ ਵਾਲੇ ਇਹ ਕਦੇ ਨਾਮ ਨਹੀਂ ਆ ਉਹ ਆਪਣਾ ਔਰ ਲੈਂਦੇ ਕਿੰਨੀ ਉਹ ਬੜੇ ਵਧੀਆ ਕੰਮ greenery, ਕਰ ਰਹੇ ਆ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਬਿਲਕੁਲ, ਬਿਲਕੁਲ, ਬਹੁਤ ਪਦਮ ਸੋਹਣਾ ਕੰਮ ਸ਼੍ਰੀ ਕਰ ਰਹੇ ਆ। ਬਾਬਾ ਸੇਵਾ ਸਿੰਘ ਜੀ, ਜੀ, ਉਹ ਗ੍ਰੀਨਰੀ ਇੰਨੀ ਪੈਦਾ ਕਰ ਦਿੱਤੀ, ਬਿਲਕੁਲ। ਜੰਗਲ ਖੜੇ ਕਰ ਦਿੱਤੇ, ਅਕੈਡਮੀ ਚਲਾ ਰਹੇ ਨਾਲ। ਅਕੈਡਮੀ ਚਲਾ ਰਹੇ ਆ, ਬਹੁਤ ਵਧੀਆ। ਠੀਕ ਹੈ। ਉਹਦੇ ਨਾਲੋਂ ਤਾਂ ਜਿਹੜੇ ਜਵੱਦੀ ਟਕਸਾਲ ਵਾਲੇ ਆ ਉਹ ਹਾਂਜੀ ਠੀਕ ਆ, ਉਹ ਕਿੰਨਾ ਕੰਮ ਕਰ ਰਹੇ ਆ। ਬਿਲਕੁਲ। ਤੁਸੀਂ ਸੰਗੀਤ ਦੀ ਪ੍ਰਮੋਸ਼ਨ ਲਈ ਨਹੀਂ ਕੁਝ ਕਰ ਰਹੇ, ਸਿੱਖੀ ਸੰਸਥਾਵਾਂ ਲਈ ਕੁਝ ਨਹੀਂ ਕਰ ਰਹੇ, ਠੀਕ ਹੈ। ਤੁਸੀਂ ਵਿਦਿਅਕ ਅਦਾਰੇ ਜਿਹੜੇ ਆ ਉੱਥੇ ਕੋਈ ਸਿੱਖਾਂ ਨੂੰ ਫਾਇਦਾ ਨਹੀਂ, ਠੀਕ ਹੈ। ਉਧਰ ਪਿਛਲੇ ਸਿਕਲੀਗਰ ਸਿੱਖ ਨੇ ਗੁਰੂ ਮਹਾਰਾਜ ਨੂੰ ਹਥਿਆਰ ਬਣਾ ਕੇ ਦਿੰਦੇ ਹੁੰਦੇ ਸੀ, ਬਿਲਕੁਲ। ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ, ਪਿੱਛੇ ਰੌਲਾ ਰੱਪਾ ਪਿਆ ਵੀ ਉਹ ਮਾੜੇ ਹਾਲਾਂ 'ਚ ਆ ਤਾਂ ਥੋੜੀ ਬਹੁਤ ਮਦਦ ਕੀਤੀ। ਸੋ ਉਹ ਜਿਹੜਾ ਕਰੋੜਾਂ ਦਾ ਚੜਾਵਾ ਆ, ਅਰਬਾਂ ਦਾ ਚੜਾਵਾ ਆ, ਉਹਦਾ ਫਿਰ ਕੀ ਕੀਤਾ ਜਾਂਦਾ, ਠੀਕ ਹੈ। ਸੋ ਇਹ ਗੱਲਾਂ ਸਿੱਖ ਸੰਗਤਾਂ ਦੇ ਮੰਥਨ ਕਰਨ ਦਾ ਵੇਲਾ ਆ ਭਈ ਇਹ ਜਿਹੜਾ ਕਿਵੇਂ ਘਾਟੇ 'ਚ ਜਾ ਰਹੀਆਂ ਸਾਡੀਆਂ ਸੰਸਥਾਵਾਂ ਤੇ ਲਾਹਾ ਮੁਨਾਫਾ ਜਿਹੜਾ ਉਹ ਕੌਣ ਲੋਕ ਖੱਟ ਰਹੇ ਆ। ਇੱਕ ਟੱਬਰ, ਜੀ ਉਸ ਟੱਬਰ ਦੀ ਆਪਾਂ ਗੱਲ ਕੀਤੀ ਸੀ ਜੀ। ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੀਆਂ ਇਲੈਕਸ਼ਨਸ ਆ ਗਈਆਂ, ਉਹ ਟੱਬਰ ਉੱਥੇ ਵੀ ਪੱਬਾਂ ਭਾਰ ਹੋਏ ਆ। ਹੁਣ ਕਿਉਂਕਿ ਗੁਰਦੁਆਰਿਆਂ ਦੇ ਕਬਜ਼ਾ ਛੱਡਣ ਦਾ ਮਤਲਬ ਆ ਹਾਂਜੀ ਸਿੱਧਾ ਹੀ ਗਰੀਬ ਹੋ ਜਾਣਾ। ਦੇਖੋ ਉੱਥੇ 7 ਅਪ੍ਰੈਲ ਨੂੰ ਨੋਟੀਫਿਕੇਸ਼ਨ ਹੋਣਾ, ਇਸੇ ਤਰ੍ਹਾਂ ਫਿਰ 25 ਨੂੰ ਚੋਣਾਂ ਆ ਤੇ ਨਾਲ ਲੱਗਦਾ 28 ਨੂੰ ਉਹਦੇ ਨਤੀਜੇ ਆ ਜਾਣੇ ਨੇ। ਬਿਲਕੁਲ। ਦੇਖੋ ਤੇਜਪਾਲ ਜੀ ਭਈ ਪਹਿਲਾਂ ਤਾਂ ਜਿਹੜਾ ਆ ਪਿੱਛੇ ਰਿਟ ਵੀ ਹੋਈ ਸੀ ਹਾਂਜੀ ਭਈ ਜਿਹੜੀਆਂ ਧਾਰਮਿਕ ਪਾਰਟੀਆਂ ਫਿਰ ਰੌਲਾ ਪਾਉਣ ਲੱਗ ਪੈਂਦੇ ਆ ਭਈ ਸਾਡੇ ਤਾਂ ਅਸੀਂ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਦੇ ਆ, ਠੀਕ ਆ, ਜਿਹੜਾ ਧਰਮ ਤੇ ਸਿਆਸਤ ਸਾਡੀ ਇਕੱਠੀ ਚੱਲਦੀ ਆ। ਬਿਲਕੁਲ। ਬੜਾ ਰੌਲਾ ਰੱਪਾ ਪਿਆ। ਮਨਜਿੰਦਰ ਸਿਰਸਾ ਹੋਰੀ ਵੀ ਕੱਲ ਇਹਨਾਂ ਦਾ ਜਿਹੜਾ ਟੱਬਰ ਦਾ ਚੈਨਲ ਆ ਉਹਦੇ ਤੋਂ ਲਾਈਵ ਚੱਲ ਰਹੇ ਸੀਗੇ, ਉੱਤੇ ਉਸ ਤੁੱਤੂ ਪਰਿਵਾਰ ਦੇ ਵਜਾਉਂਦੇ ਬਿਲਕੁਲ ਬਿਲਕੁਲ ਉਹੀ ਠੀਕ ਹੈ, ਜਾਂ ਨੰਨੀ ਸ਼ਾਨ ਦਾ ਪਰਿਵਾਰ ਦਾ ਹੋਰ ਪ੍ਰਾਪਤੀਆਂ, ਠੀਕ ਹੈ। ਸੋ ਦੇਖੋ ਆਪ ਤਾਂ ਸਿੱਖੀ 'ਚ ਪਰਪੱਕ ਨਹੀਂ, ਠੀਕ ਹੈ। ਕਿਹਾ ਜਾਂਦਾ ਭਈ ਜਿਹੜੇ ਟੱਬਰ ਦੀ ਮਾਤਾ ਸੀ ਉਹ ਬਾਅਦ ਦੇ ਵਿੱਚ ਤਾਂ ਅਮਰੀਕਾ ਦੇ ਵਿੱਚ ਵੀ ਇਲਾਜ ਚੱਲਦਾ ਰਿਹਾ, ਇਸ ਦੁਨੀਆ 'ਚ ਨਹੀਂ ਰਹੇ, ਭਈ ਉਹ ਸਿੱਖੀ ਸਿਧਾਂਤਾਂ ਦੇ ਉਲਟ ਆਪਣੇ ਕੇਸਾਂ ਦੀ ਬੇਅਦਬੀ ਕਰਦੇ ਸੀ, ਠੀਕ ਹੈ। ਜਿਹੜਾ ਗਾਂ ਫਰਜ਼ੰਦਿਆ ਉਹਨੇ ਪਿੱਛੇ ਜਿਹੇ ਨਾਂ ਦਾ ਹੀ ਅੰਮ੍ਰਿਤ ਛਕਿਆ ਲੱਗਦਾ, ਕੋਈ ਸਿੱਖਾਂ ਵਾਲੀ ਗੱਲ ਤਾਂ ਮੈਨੂੰ ਕਦੀ ਲੱਗੀ ਨਹੀਂ, ਠੀਕ ਹੈ। ਜਿਹੜੇ ਗੁਰੂ ਮਹਾਰਾਜ ਦੇ ਨਾਂ 'ਤੇ ਝੂਠ ਬੋਲਣ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਮੈਂ ਸਿੱਖ ਨਹੀਂ ਸਮਝਦਾ, ਤੇ ਉਹਦੇ ਨਾਲੋਂ ਕਈ ਬਿਹਤਰ ਜਿਹੜੇ ਆ ਨਾ ਆਪਣੇ ਦਾੜੀ ਮੁੱਛਾਂ ਕੱਟਦੇ ਆ ਉਹ ਗੁਰੂ ਮਹਾਰਾਜ ਦੇ ਆਸ਼ੇ ਅਨੁਸਾਰ ਬਿਹਤਰ ਮਤਲਬ ਜ਼ਿਆਦਾ ਵਧੀਆ ਜ਼ਿੰਦਗੀ ਜਿਉਂਦੇ ਆ ਗੁਰੂ ਮਹਾਰਾਜ ਦੇ ਆਸ਼ੇ ਅਨੁਸਾਰ। ਸੋ ਇਹ ਪਹਿਲਾਂ ਤੋਂ ਕਾਬਜ਼ ਹੋਣ ਲਈ ਯਤਨਸ਼ੀਲ ਆ। ਔਰ ਕੱਲ੍ਹ ਨੂੰ ਤੁਸੀਂ ਦੇਖਿਓ ਪਈ ਜਿਹੜੇ ਦੂਸਰੇ ਧੜੇ ਜੇ ਕੋਈ ਆ ਵੀ ਜਾਵੇ ਦਿੱਲੀ ਦੇ ਵਿੱਚ ਫਿਰ ਉਹ ਇਹਨਾਂ ਨੂੰ ਅੱਛ ਵੀ ਲੱਗ ਜਾਂਦੀ ਆ ਜਦ ਤੱਕ ਉਹਨਾਂ ਨੂੰ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਉਹਨਾਂ ਨੂੰ ਤੇਲ ਨਾ ਦੇਣ ਇਹ ਲੋਕ। ਹੁਣ ਸੁੱਖ ਨਾਲ SGPC ਤੇ ਵੀ ਇਹਨਾਂ ਦਾ ਕਬਜ਼ਾ ਹੈ, ਕੱਲ੍ਹ ਨੂੰ ਦਿੱਲੀ ਤੇ ਵੀ ਕਰ ਸਕਦੇ ਆ। ਜੀ ਸਤੀ ਸਾਹਿਬ ਇੱਕ ਮਜ਼ੇਦਾਰ ਖਬਰ ਸੁਣਾਉਣਾ, ਤੁਸੀਂ ਪੜ੍ਹੀ ਵੀ ਹੋਣੀ ਉਦੋਂ, ਜੀ ਤੁਹਾਨੂੰ ਸ਼ਾਇਦ ਚੇਤਾ ਨਾ ਭੁੱਲ ਗਿਆ ਹੋਵੇ, ਦੁਬਾਰਾ ਯਾਦ ਕਰਾਉਣਾ ਹੈ। ਪਿੱਛੇ ਜਿਹਾ ਨਾ ਬਿਹਾਰ 'ਚੋਂ ਇੱਕ ਖਬਰ ਆਈ, ਕਿਸੇ ਥਾਣੇ ਦੇ ਵਿੱਚ ਕਹਿੰਦੇ ਵੀ ਜਿਹੜੀ ਸ਼ਰਾਬ ਫੜੀ ਹੋਈ ਸੀ ਨਾ ਜੀ ਉਹ ਜਦੋਂ ਪੇਸ਼ ਕਰਨੀ ਸੀ ਤਾਂ ਉਹ 'ਚੋਂ ਲੱਭੇ ਕੁਛ ਨਾ, ਜੀ ਤੇ ਜੱਜ ਸਾਹਿਬ ਦੇ ਸਾਹਮਣੇ ਜਾ ਕੇ ਉਹ ਇਲਾਕੇ ਦੇ ਜਿਹੜੇ ਜੋ ਵੀ ਜਿਹਨੇ ਜਵਾਬ ਦੇਣਾ ਹੁੰਦਾ ਉਹ ਕਹਿੰਦੇ ਜੀ ਸ਼ਰਾਬ ਤੇ ਸਾਰੀ ਚੂਹੇ ਪੀ ਗਏ ਜੀ ਜੀ। ਮਤਲਬ ਇਹ ਬਹਾਨਾ ਸੀਗਾ ਝੂਠਾ। ਹਾਂਜੀ ਚੂਹੇ ਵੀ ਇਸ ਦੇਸ਼ ਦੇ ਏਡੇ ਸਿਆਣੇ ਆ। ਹਾਂਜੀ ਤੇ ਹੁਣ ਗੁਰਦੀਪ ਰਾਣੋ ਕੇਸ ਜਿਹੜਾ ਅਰਬਾਂ ਦਾ ਕੇਸ ਹੈ ਉਹ 'ਚ ਵੀ ਸੁਣਨ ਚਾਹੀਏ, ਉਹਦੇ 'ਚ ਵੀ ਸੁਣ ਚਾਹੀਏ ਪਰ ਲੁਧਿਆਣੇ 'ਚ ਸੈਂਪਲ ਜਿਹੜੇ ਉਹ ਚੋਰੀ ਹੋ ਗਏ ਕਹਿੰਦੇ। ਦੇਖੋ ਇਹ ਕੋਈ ਨਿੱਕੀ ਜੀ ਗੱਲ ਨਹੀਂ, ਡਰੱਗ ਦੇ ਸੈਂਪਲ ਚੋਰੀ ਹੋ ਜਾਣ, ਡਰੱਗ ਦੇ ਸੈਂਪਲ ਚੋਰੀ ਹੋਣੇ ਇਹ ਤਾਂ ਸਿੱਧਾ ਹੀ ਦੋਸ਼ੀਆਂ ਨੂੰ ਬਚਾਉਣ ਦੀ ਗੱਲ ਹੈਗੀ ਆ। ਇਸਪਾਲ ਜੀ ਉਹ ਐਂ ਹੀ ਨਹੀਂ ਕਿਤੇ ਰੱਖੇ ਹੁੰਦੇ ਬਈ ਉੱਥੇ ਚੁਰਾਹੇ 'ਚ ਰੱਖਿਆ ਤੇ ਜਿਹੜਾ ਮਰਜ਼ੀ ਲੰਘਦਾ ਟੱਪਦਾ ਚੁੱਕ ਕੇ ਲੈ ਜਾਵੇ ਤਾਂ ਪਤਾ ਨਹੀਂ ਲੱਗਦਾ। ਬਕਾਇਦਾ ਸੀਲ ਹੁੰਦੇ ਆ, ਲੌਕ ਐਂਡ ਕੀ 'ਚ ਪਏ ਹੁੰਦੇ ਆ ਔਰ ਜ਼ਿੰਮੇਵਾਰੀ ਹੁੰਦੀ ਆ, ਠੀਕ ਹੈ, ਜਿਹੜਾ ਇੰਚਾਰਜ ਹੁੰਦਾ ਹੈਗਾ, ਠੀਕ ਹੈ। ਸੋ ਇਹ ਜ਼ਿੰਮੇਵਾਰੀ ਮਿੱਥਣੀ ਚਾਹੀਦੀ ਆ, ਛੇਤੀ ਤੋਂ ਛੇਤੀ ਪਤਾ ਲੱਗਣਾ ਚਾਹੀਦਾ ਪਈ ਕਿਹਦੀ ਦੇਖ ਰੇਖ ਹੇਠ ਪਏ ਸੀਗੇ, ਠੀਕ ਹੈ, ਤੇ ਕਿਵੇਂ ਉਹ ਚੋਰੀ ਹੋ ਗਏ। ਉਹ ਸਾਰਾ ਰਾਣੋ ਨੂੰ ਤੇ ਹੋਰ ਜਿਹੜੇ ਕੱਲ੍ਹ ਪਰਸੋਂ ਸਸਪੈਂਡ ਹੋਏ ਨੇ, ਮੁਅੱਤਲ ਹੋਏ ਆ, ਤੇ ਜਿਹੜੇ ਵਿੱਚ ਸਿਆਸਤਦਾਨਾਂ ਦੇ ਨਾਮ ਬੋਲਦੇ ਆ, ਉਹਨਾਂ ਸਾਰਿਆਂ ਨੂੰ ਬਚਾਉਣ ਦੀ ਇੱਕ ਸਾਜ਼ਿਸ਼ ਆ। ਅਦਾਲਤਾਂ ਸਬੂਤ ਮੰਗਦੀਆਂ, ਠੀਕ ਹੈ। ਸੋ ਸਬੂਤ ਹੀ ਖਤਮ ਕਰ ਦਿਓ, ਠੀਕ ਹੈ, ਟੈਂਟਾਂ ਹੀ ਮਕਾਓ ਜੀ, ਕਿਹੜਾ ਰਾਣੋ ਕਿਹੜਾ ਪਰਮਰਾਜ ਉਮਰਾ ਨੰਗਲ ਜੀ ਜੀ, ਠੀਕ ਹੈ। ਸੋ ਇਹ ਤਾਂ ਇੱਕ ਜਿਹੜਾ ਨਾ ਲੇਮੈਨ ਆ, ਸਧਾਰਨ ਬੰਦਾ ਆ,
ਉਹਨੂੰ ਵੀ ਸਮਝ ਆਉਂਦਾ ਵੀ ਇਹ ਸੈਂਪਲ ਚੋਰੀ ਹੋਇਆ ਜਾਂ ਚੋਰੀ ਕਰਵਾਏ ਗਏ ਆ। ਅੱਛਾ, OCI ਕਾਰਡ ਬਾਰੇ ਕੋਈ ਖਬਰ ਹੈਗੀ ਆ ਜਿਹੜੀ ਉਹ ਦੇਖੋ, ਜਿਹੜੇ ਭਾਰਤੀ ਵਿਦੇਸ਼ਾਂ 'ਚ ਵਸਦੇ ਨੇ, ਇੱਥੋਂ ਦੇ ਜੰਮਪਲ ਲੋਕ ਆ, ਉਹ ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ ਇੱਕ ਕਾਰਡ ਜਾਰੀ ਕਰਦੀ ਆ ਭਾਰਤ ਸਰਕਾਰ ਜੀ। ਉਹਦੇ ਨਾਲ ਇੱਥੇ ਨੌਕਰੀ ਕਰ ਸਕਦਾ ਬੰਦਾ, ਜ਼ਮੀਨ ਖਰੀਦ ਸਕਦਾ ਹੈਗਾ, ਵੋਟ ਪਾ ਸਕਦਾ। ਜਿਨ੍ਹਾਂ ਲੋਕਾਂ ਕੋਲ OCI ਕਾਰਡ ਸੀ ਨਾ, ਉਹਨਾਂ ਨੂੰ ਤੇਜਪਾਲ ਜੀ ਅੱਗੇ ਕੀ ਹੁੰਦਾ ਸੀਗਾ ਵੀ ਜਿਹੜਾ ਪੁਰਾਣੇ ਪਾਸਪੋਰਟ ਆ ਉਹ ਵੀ ਨਾਲ ਹੀ ਵਿਚਾਰਿਆਂ ਨੂੰ ਚੱਕਣੇ ਪੈਂਦੇ ਸੀਗੇ, ਠੀਕ ਹੈ। ਹੁਣ ਉਹ ਸ਼ਰਤ ਭਾਰਤ ਸਰਕਾਰ ਨੇ ਹਟਾਤੀ ਆ ਵੀ OCI ਕਾਰਡ ਹੋਲਡਰ ਆ ਜਿਹੜਾ, ਉਹਨੂੰ ਕੋਈ ਪੁਰਾਣਾ ਪਾਸਪੋਰਟ, ਇਹ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਵੀ ਜਿਨ੍ਹਾਂ ਕੋਲ OCI ਕਾਰਡ ਆ ਉਹਨਾਂ ਨੂੰ ਹੁਣ ਆਪਣਾ ਪੁਰਾਣਾ ਪਾਸਪੋਰਟ ਲੱਭਣ ਦੀ ਤੇ ਨਾਲ ਚੁੱਕਣ ਦੀ ਭਾਰਤ ਆਉਣ ਵੇਲੇ ਕੋਈ ਲੋੜ ਨਹੀਂ। ਅੱਛਾ, ਪਾਸਪੋਰਟ ਦੀ ਗੱਲ ਕੀਤੀ ਆ ਜੀ। ਜੰਮੂ ਕਸ਼ਮੀਰ ਦੇ ਸਾਬਕਾ CM ਮਹਿਬੂਬਾ ਮੁਫਤੀ ਤੇ ਉਹਨਾਂ ਦੇ ਮਦਰ ਪਹਿਲਾਂ ਤੇ ਬੜੀ ਭਿਆਲੀ ਸੀ BJP ਨਾਲ, ਹਾਂਜੀ, ਇਕੱਠਿਆਂ ਸਰਕਾਰਾਂ ਰਨ ਹੁੰਦੀਆਂ ਸੀਗੀਆਂ ਉਦੋਂ, ਤੇ ਉਹ ਬਹੁਤ ਚੰਗੇ ਸੀਗੇ ਜੀ। ਹੁਣ ਉਹਨਾਂ ਦਾ ਪਾਸਪੋਰਟ ਹੀ ਨਹੀਂ ਇਸ਼ੂ ਕਰ ਰਹੇ ਉਹ। ਦੇਖੋ, ਇਹ ਤਾਂ ਇੱਕ ਚੁਣੇ ਹੋਏ ਆਗੂ ਜਿਹੜੇ ਮੁੱਖ ਮੰਤਰੀ ਵੀ ਰਹੇ ਹੁਣ, ਡਾਕਟਰ ਮਹਿਬੂਬਾ ਮੁਫਤੀ ਜੀ, ਉਹਨਾਂ ਨੂੰ ਉੱਥੇ ਅੱਤਵਾਦ ਦਾ ਸੇਕ ਵੀ ਲੱਗਾ, ਤੁਹਾਨੂੰ ਸ਼ਾਇਦ ਯਾਦ ਹੋਵੇ, ਉਹਨਾਂ ਨੂੰ ਅਗਵਾ ਕਰ ਲਿਆ ਗਿਆ ਸੀਗਾ। ਜੀ। ਤੇ ਜੇ ਉਹਨਾਂ ਨੂੰ ਉਹਨਾਂ ਦਾ ਪਾਸਪੋਰਟ ਹੀ ਨਹੀਂ ਜਾਰੀ ਕੀਤਾ ਜਾਂਦਾ ਤੇ ਉਹ ਜ਼ਰੂਰ ਆਪਣੇ ਆਪ ਨੂੰ ਬਗਾਨੀ ਧਰਤੀ ਦੇ ਵਾਸਤੇ ਮਹਿਸੂਸ ਕਰਨਗੇ। ਬਿਲਕੁਲ। ਸੋ ਇਹ ਸਰਕਾਰ ਦਾ ਸਰਾਸਰ ਧੱਕਾ ਆ। ਇਸ ਤਰ੍ਹਾਂ ਪਹਿਲਾਂ ਤਾਂ ਦੇਖੋ ਘਰਾਂ 'ਚ ਨਜ਼ਰਬੰਦ ਕਰ ਛੱਡੇ ਬਹੁਤੇ ਆਗੂ ਉੱਥੋਂ ਦੇ। ਸੁਪਰੀਮ ਕੋਰਟ 'ਚ ਸਰਕਾਰ ਹਲਫੀਆ ਬਿਆਨ ਦੇ ਕੇ ਝੂਠ ਬੋਲਦੀ ਹੈ ਵੀ ਅਸੀਂ ਤਾਂ ਨਜ਼ਰਬੰਦ ਕੀਤੇ ਹੀ ਨਹੀਂ, ਠੀਕ ਹੈ। ਸੋ ਇਹ ਜਿਹੜਾ ਨਾ ਸਰਕਾਰਾਂ ਬਹੁਤ ਆਉਂਦੀਆਂ ਜਾਂਦੀਆਂ ਰਹਿੰਦੀਆਂ। ਜਿਹੜੇ ਹਰਮਨ ਪਿਆਰੇ ਆਗੂ ਹੁੰਦੇ ਉਹ ਉਨੇ ਹੀ ਹਰਮਨ ਪਿਆਰੇ ਰਹਿੰਦੇ ਨੇ, ਚਾਹੇ ਉਹ ਮਹਿਬੂਬਾ ਮੁਫਤੀ ਹੋਣ, ਚਾਹੇ ਫਾਰੂਕ ਅਬਦੁੱਲਾ ਹੋਰੀ ਹੋਣ, ਉਹ ਉਸ ਸੂਬੇ ਦੇ ਲੋਕਾਂ ਦੇ ਆਗੂ ਆ। ਬਿਲਕੁਲ। ਤੇ ਇਸ ਤਰ੍ਹਾਂ ਕਿੰਨਾ ਕੁ ਚਿਰ ਕੇਂਦਰੀ ਹਾਕਮ ਉਹਨਾਂ ਨਾਲ ਧੱਕਾ ਕਰਦੇ ਰਹਿ ਸਕਣਗੇ? ਇਹ ਸਰਾਸਰ ਨਾ ਇਨਸਾਫੀ ਆ ਵੀ ਪਾਸਪੋਰਟ ਹੀ ਨਾ ਜਾਰੀ ਕਰੋ। ਬਿਲਕੁਲ। ਅੱਛਾ, ਇੱਕ ਰਾਜ ਸਭਾ ਮੈਂਬਰ ਨੇ ਰਾਮਚੰਦਰ, ਤੇ ਨਾਂ ਉਹਨਾਂ ਦਾ ਹੈਗਾ ਰਾਮਚੰਦਰ ਜਾਗੜਾ ਜੀ। ਉਹਨਾਂ ਨੇ ਹੁਣ ਨਵਾਂ ਹੀ, ਮਤਲਬ ਜਿੱਦਾਂ ਪਹਿਲਾਂ ਤੇ ਕਿਸਾਨਾਂ ਨੂੰ ਕੋਈ ਅੱਤਵਾਦੀ ਕਹਿੰਦੇ, ਕੋਈ ਵੱਖਵਾਦੀ, ਹੁਣ ਉਹ ਕਹਿੰਦੇ ਜੀ ਇਹ ਤਾਂ ਰੋਟੀ ਖਾਣ ਵਾਲੇ ਤੇ ਦਾਰੂ ਪੀਣ ਵਾਲੇ, ਕਹਿੰਦੇ ਸਾਰੇ ਇੱਥੇ ਆ ਕੇ ਬੈਠੇ ਆ। ਉਹਨੂੰ ਪੁੱਛਣ ਵਾਲਾ ਹੋਵੇ ਵੀ ਸਾਡੀਆਂ ਤਾਂ ਉੱਥੇ ਬੀਬੀਆਂ ਵੀ ਬੈਠੀਆਂ ਹੈ, ਮਾਵਾਂ ਭੈਣਾਂ ਬੈਠੀਆਂ, ਮਾਵਾਂ ਭੈਣਾਂ ਸਭ ਲੋਕੀ ਬੈਠੇ ਆ, ਧੀਆਂ ਬੈਠੀਆਂ ਸਾਡੀਆਂ। ਹਾਂਜੀ, ਆਜੋ ਤੁਸੀਂ ਸਿੰਘੂ ਬਾਰਡਰ ਤੇ, ਉਹਨੂੰ ਅਸੀਂ ਇਨਵਾਈਟ ਕਰਦੇ ਆ ਉਹਨਾਂ ਨੂੰ ਵੀ ਉੱਥੇ ਜਾ ਕੇ ਇਹ ਬਿਆਨ ਦਿਓ। ਇਹ ਬਿਲਕੁਲ ਨਾ ਭੜਕਾਉਣ ਵਾਲਾ ਬਿਆਨ ਆ। ਔਰ ਸਾਡੇ ਜਿਹੜੇ ਉੱਥੇ ਲੋਕ ਬੈਠੇ ਆ ਨਾ, ਕਿਰਤੀ ਜ਼ਿਮੀਦਾਰ ਬੈਠੇ ਆ, ਕਿਰਤੀ ਕਿਸਾਨ ਬੈਠੇ ਆ, ਉਹਨਾਂ ਨੂੰ ਇਹੋ ਜਿਹੇ ਬਿਆਨਾਂ ਨੂੰ ਨਾ ਪਾਗਲ ਦੇ ਬਿਆਨ ਕਰਾਰ ਦੇਣਾ ਚਾਹੀਦਾ ਔਰ ਬਿਲਕੁਲ ਉਹਦੇ ਤੋਂ ਤੈਸ਼ ਵਿੱਚ ਨਹੀਂ ਆਉਣਾ ਚਾਹੀਦਾ। ਕਿਉਂਕਿ ਇਹ ਤਾਂ ਨਾ ਜਿਵੇਂ ਐਕਸੈਂਟਰਿਕ ਲਫ਼ਜ਼ ਆਪਾਂ ਅੰਗਰੇਜ਼ੀ ਦਾ ਵਰਤਦੇ ਹਾਂ ਤੇ ਆਪਣੀ ਧੁਰੀ ਤੋਂ ਹਿੱਲ ਜਾਂਦੇ ਆ ਨਾ ਜਿਹੜੇ ਲੋਕ, ਉਹਨਾਂ ਤੋਂ ਹੀ ਇਹੋ ਜਿਹੇ ਬਿਆਨ ਜਿਹੜੇ ਆ ਉਹਨਾਂ ਦੀ ਤਵੱਕੋ ਕੀਤੀ ਜਾ ਸਕਦੀ ਆ। ਕੋਈ ਦਾਨਾ ਬੀਨਾ ਬੰਦਾ, ਕੋਈ ਦਾਨਿਸ਼ਮੰਦ ਬੰਦਾ ਇਹੋ ਜਿਹਾ ਬਿਆਨ ਨਹੀਂ ਦੇ ਸਕਦਾ ਜੀ। ਵੈਸਟ ਬੰਗਾਲ ਦੀ ਇਲੈਕਸ਼ਨ ਚੱਲ ਰਹੀ ਆ ਜੀ। ਨੰਦੀਗ੍ਰਾਮ ਦੇ ਵਿੱਚ ਇਸ ਵੇਲੇ ਪੂਰਾ ਮਾਹੌਲ ਭਖਿਆ ਆ। BJP ਟੋਟਲ ਉਹੀ ਜਿਹੜੀ ਉਹਨਾਂ ਦੀ ਗੇਮ ਹੁੰਦੀ ਆ ਹਿੰਦੂ ਮੁਸਲਿਮ ਵਾਲੀ, ਉੱਥੇ ਆਪਣੇ ਝੰਡਿਆਂ ਦੇ ਨਾਲ ਓਮ ਦੇ ਝੰਡੇ ਲਾ ਰਹੇ ਆ। ਬਿਲਕੁਲ। ਤੇ ਜਿਹੜੇ ਉਹ ਸ਼ੁਭੇਂਦੂ ਅਧਿਕਾਰੀ BJP ਦੇ ਉੱਥੇ ਕੈਂਡੀਡੇਟ ਆ ਮਮਤਾ ਬੈਨਰਜੀ ਦੇ ਅਗੇਂਸਟ, ਪਹਿਲਾਂ ਨੇੜੇ ਹੁੰਦੇ ਸੀ ਬੜੇ ਮਮਤਾ ਦੇ, ਹਾਂਜੀ, ਉਹਨਾਂ ਦੇ ਭਾਸ਼ਣ ਵੀ ਜਿਹੜੇ ਆ ਈਦ ਤੇ ਮਮਤਾ ਬੈਨਰਜੀ ਨੂੰ ਉਹ ਬੇਗਮ ਕਹਿ ਰਹੇ ਆ, ਹਨਾ। ਤੇ ਨਾਲ ਕਹਿੰਦੇ ਆ ਵੀ ਜੇ ਮਮਤਾ ਇੱਥੋਂ ਜਿੱਤ ਗਈ ਤੇ ਭਾਈ ਪਾਕਿਸਤਾਨ 'ਚ ਫੁੱਲਝੜੀਆਂ ਚੱਲਣਗੀਆਂ, ਇਹ ਮਿੰਨੀ ਪਾਕਿਸਤਾਨ ਬਣ ਜਾਊਗਾ। ਇਹ ਕਦੋਂ ਤੱਕ ਕਿੱਦਾਂ ਦੀ ਇਹ ਸਿਆਸਤ ਚੱਲੂਗੀ? ਦੇਖੋ, ਇੱਕ ਘਟੀਆ ਸਿਆਸਤ ਆ ਤੇਜਪਾਲ ਜੀ। ਹਰੇਕ ਗੱਲ ਨੂੰ ਪਾਕਿਸਤਾਨ ਨਾਲ ਜੋੜ ਦੇਣਾ। ਪਰ ਇਲੈਕਸ਼ਨ ਕਮਿਸ਼ਨ ਨੂੰ ਵੀ ਤਾਂ ਇਹ ਤੇ ਐਕਟਿਵ ਹੋਣਾ ਚਾਹੀਦਾ ਨਾ ਵੀ ਇਹ ਤੁਸੀਂ ਕੀ ਕਰ ਰਹੇ ਹੋ। ਤ੍ਰਿਣਮੂਲ ਕਾਂਗਰਸ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਤੇ ਦੋਸ਼ ਲਾ ਚੁੱਕੀ ਆ ਵੀ ਉਹ ਭਾਜਪਾ ਦੀ ਮਦਦ ਕਰ ਰਿਹਾ ਹੈ ਹਰ ਮਸਲੇ ਦੇ ਵਿੱਚ। ਬਿਲਕੁਲ। ਦੂਸਰਾ ਇਹ ਆ ਵੀ ਉਹ ਕਹਿੰਦੇ ਆ ਵੀ ਜਦੋਂ ਰਾਜ ਹੀ ਆਪਣਾ ਆ ਤਾਂ ਫਿਰ ਕਿਹੜਾ ਕਿਹਨੂੰ ਪੁੱਛੂਗਾ। ਗੱਲ ਤਾਂ ਇਹ ਆ ਨਾ ਦੇਖਣ ਵਾਲੀ। ਸੋ ਇਸ ਵੇਲੇ ਜੋ ਮਮਤਾ ਬਾਰੇ ਬਿਆਨਬਾਜ਼ੀ, ਕੁਝ ਹੀ ਬਿਆਨਬਾਜ਼ੀ, ਘਟੀਆ ਬਿਆਨਬਾਜ਼ੀ ਹੋ ਰਹੀ ਆ, ਜਿਹੋ ਜਿਹੀ ਇਸ ਵੇਲੇ ਸਿਆਸਤ ਖਾਸ ਕਰਕੇ ਬੰਗਾਲ 'ਚ ਖੇਡੀ ਜਾ ਰਹੀ ਆ, ਬਾਕੀ ਸੂਬਿਆਂ 'ਚ ਵੀ ਚੋਣਾਂ ਆ, ਪਰ ਮਮਤਾ ਬੈਨਰਜੀ ਕਿਉਂਕਿ ਇਹਨਾਂ ਨੂੰ ਕਿਤੇ ਕਿਤੇ ਸ਼ੀਸ਼ਾ ਦਿਖਾ ਦਿੰਦੇ ਆ, ਕਿਤੇ ਕਿਤੇ ਇਹਨਾਂ ਨੂੰ ਵੰਗਾਰਦੇ ਆ, ਤੇ ਹਾਕਮਾਂ ਨੂੰ ਜਿਹੜਾ ਬੰਦਾ ਵੰਗਾਰੇ
ਉਹ ਚੰਗਾ ਨਹੀਂ ਲੱਗਦਾ ਹੁੰਦਾ। ਜੀ ਸੋ ਪੂਰਾ ਜਾਣੀ ਕਿ ਤਾਣ ਜਿਹੜਾ ਇਸ ਵੇਲੇ ਕੇਂਦਰ ਸਰਕਾਰ ਦਾ ਉਹ ਇਸ ਵੇਲੇ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ ਤੇ ਲੱਗਾ ਹੋਇਆ। ਜੀ ਠੀਕ ਹੈ, ਤਾਂ ਪਿੱਛੇ ਜੇ ਉਹਨਾਂ ਨੇ ਪਹਿਲੇ ਗੇੜ ਦੀਆਂ ਚੋਣਾਂ ਤੋਂ ਬਾਅਦ ਸ਼ਾਹ ਹੋਰਾਂ ਦਾ ਬਿਆਨ ਵੀ ਆਇਆ ਸੀ ਵੀ ਅਸੀਂ ਬਹੁਮਤ ਸੀਟਾਂ ਜਿੱਤ ਰਹੇ ਹਾਂ, ਤਾਂ ਮਮਤਾ ਹੋਰੀ ਕਿਹਾ ਸੀ ਵੀ ਇਹ ਤਾਂ ਜਦੋਂ ਨਤੀਜੇ ਆਉਣਗੇ ਉਦੋਂ ਪਤਾ ਲੱਗੂਗਾ, ਤੇ ਰੱਬ ਕਰੇ ਇਹੋ ਜਿਹੇ ਲੋਕ ਉੱਥੇ ਨਾ ਜਿੱਤਣ। ਜੀ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸਤੀ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।